ਵੱਡੇ ਗ੍ਰਹਿ ਵਿਆਹਨ ਪੁਨ ਗਇਓ। चवर छतर तख्त के मालक गुरता गद्दी उपर सुभायमान दसां पातशाहियों के आत्मिक स्वरूप जुगो जुग अटल गरीब नवाज शब्द स्वरूप धन धन श्री गुरु ग्रंथ साहिब सच्चे पातशाह महाराज जी की पावन पवित्र शुभ कल्याणकारी गोद अंदर सुभायमान समूह गुरु की संगत जी वडभाग है जो पंज प्याले पंज पीर छठम पीर बैठा गुर भारी अर्जन काया पलट कै मूरत हर गोविंद सुवारी। मेरे पीरी दे मालक सतगुरु धन धन श्री गुरु हरगोबिंद साहिब सच्चे पिता महाराज जी दे पावन पवित्र अमृत चरण छो प्राप्त गुर इतिहासिक स्थान गुरुद्वारा श्री गुरुसर साहिब विखे जुड़ के सतसंगत करन दा ਸਵਾਸਾਂ ਨੂੰ ਸਫਲਿਆਂ ਬਣਾਉਣ ਦਾ ਸੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਸਰਬੱਤ ਸੰਗਤਾਂ ਨੇ ਗੁਰਬਾਣੀ ਦੇ ਰਸ ਭਿੰਨੇ ਸ਼ਬਦਾਂ ਦਾ ਅੰਮ੍ਰਿਤ ਕੀਰਤਨ ਸ਼ਰਵਣ ਕੀਤਾ। ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਜਾਪ ਸ਼ਰਵਣ ਕਰਕੇ ਲਾਹਾ ਖੱਟਿਆ ਹੈ। श्री मुख वाक श्रवण कर करके वडभागी बने हाँ। सो सतगुरां दी चल रही जीवन कौतुकां दी इतिहास की लड़ीवार कथा विचार का समय। आओ इतिहास की अमृत कथा की विचार आरंभ करन तो पहला गुरु की बख्शिश गुरफतेह विच सांझ पाओ। आशीष बख्शो रसना सफलाओ बुलंद आवाज विच बुलाओ जी। वाहिगुरु जी का खालसा वाहिगुरु जी की फतेह। गरीब नवाज धन धन श्री गुरु हरगोबिंद साहिब सच्चे पातशाह भाई की डरौली मालवे देश दे विच पुजे। बेअंत कौतक गरीब नवाज सच्चे पातशाह ने इत्थे कीते। बेअंत सिख संगतां नूं तारिया। मन भाउंदियां इच्छावां गरीब नवाज सच्चे पातशाह ने संगतां दे पूरे कीते हन। संकल्प पूरे कीते हन। सो गरीब नवाज जिस समय इत्थे सुभायमान सी ਉਹਦੇ ਵਿੱਚੋਂ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਇੱਕ ਜੋ ਵਿਸ਼ੇਸ਼ ਕੌਤਕ ਵਾਪਰਿਆ ਹੈ ਉਹ ਮੈਂ ਸਾਂਝਾ ਕਰ ਰਿਹਾ ਹਾਂ। ਉਹ ਕੀ ਹੈ ਕਿ ਇੱਕ ਧਨਾੜ ਤਰਖਾਣ ਸਿੱਖ ਜੋ ਗਰੀਬ ਨਵਾਜ ਸਤਿਗੁਰਾਂ ਦਾ ਵਸਦਾ ਹੈ ਉਸ ਨੇ ਉਸ ਦੇ ਘਰ ਦੇ ਵਿੱਚ ਇੱਕ ਪੁੱਤਰੀ ਨੇ ਜਨਮ ਲਿਆ। ਜਦ ਇਹ 7 ਸਾਲਾਂ ਦੀ ਹੋਈ ਤਾਂ ਇਸਨੇ ਇਸ ਦਾ ਸਾਕ ਸੰਬੰਧ ਬਣਾਉਣ ਦੇ ਰਿਸ਼ਤਾ ਕਰਨ ਦੀ ਸੋਚੀ ਕਿਉਂਕਿ ਉਹਨਾਂ ਸਮਿਆਂ 'ਚ ਛੋਟੀ ਉਮਰਾਂ ਦੇ ਵਿੱਚ ਆਨੰਦ ਕਾਰਜ ਅਤੇ ਸਗਾਈਆਂ ਰਿਸ਼ਤੇ ਹੋ ਜਾਇਆ ਕਰਦੇ ਸਨ। ਜਿਵੇਂ ਦਾ ਉਦੋਂ ਰਿਵਾਜ ਸੀ ਇੱਕ ਪੁਰੋਹਿਤ ਇਸਨੇ ਭੇਜਿਆ। ਇਹ ਪੁਰੋਹਿਤ ਖੋਜ ਕਰਦਾ ਕਰਦਾ ਤੁਕਲਾਣੀ ਨਗਰ ਪਹੁੰਚਿਆ। ਇੱਥੇ ਭਾਈ ਸਾਦਾ ਜੋ ਤਰਖਾਣ ਜਾਤ ਦੇ ਵਿੱਚੋਂ ਬਹੁਤ ਧਨਾੜ ਹੈ ਇਹਨਾਂ ਦਾ ਪੁੱਤਰ ਹੈ ਭਾਈ ਸਾਧੂ। ਇਸ ਦੇ ਨਾਲ ਉਸ ਗੁਰੂ ਕੇ ਸਿੱਖ ਦਾ ਜੋ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਤੋਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਮੇਂ ਤੋਂ ਸਿੱਖੀ ਜਿਸ ਨੇ ਅਪਣਾਈ ਹੈ ਉਸ ਦੀ ਲੜਕੀ ਦਾ ਰਿਸ਼ਤਾ ਇੱਥੇ ਤੈਅ ਕਰ ਗਿਆ, ਸਗਾਈ ਕਰ ਗਿਆ। ਇਸ ਪੁਰੋਹਿਤ ਨੇ ਧਨ ਦੇ ਵਿੱਚ ਜਾਤੀ ਦੇ ਵਿੱਚ ਬਰਾਦਰੀ ਦੇ ਵਿੱਚ ਮਾਨ ਸਨਮਾਨ ਦੇ ਵਿੱਚ ਤੇ ਸਨਮਾਨਤਾ ਵੇਖੀ ਪਰ ਗੁਰਸਿੱਖੀ ਦੀ ਪੜਚੋਲ ਨਾ ਕੀਤੀ ਵੀ ਕਿ ਇਹ ਵੀ ਗੁਰਸਿੱਖ ਪਰਿਵਾਰ ਹੈ। ਇਹ ਜਿਹੜਾ ਭਾਈ ਸਾਦਾ ਸੀ
ਇਹ ਸਖੀ ਸਰਵਰ ਪੀਰ ਨੂੰ ਮੰਨਦਾ ਸੀ। ਜਦੋਂ ਪੁਰੋਹਿਤ ਨੇ ਜਾ ਕਰਕੇ ਸਾਰੀ ਗੱਲ ਦੱਸੀ ਤਾਂ ਇਹ ਸਿੱਖ ਹਿਰਦੇ ਵਿੱਚ ਚਿੰਤਤ ਹੋਇਆ, ਜਿਸ ਦੀ ਪੁੱਤਰੀ ਸੀ, ਕਿ ਮੇਰੀ ਪੁੱਤਰੀ ਦਾ ਸਾਕ ਸੰਬੰਧ ਜੇ ਕਿਸੇ ਗੁਰਸਿੱਖ ਪਰਿਵਾਰ ਦੇ ਵਿੱਚ ਜੁੜਦਾ ਤਾਂ ਹੀ ਭਲਾ ਸੀ। ਇਸ ਤਰੀਕੇ ਨਾਲ ਕਹਿੰਦੇ ਬਹੁਤ ਲੰਮਾ ਸਮਾਂ, ਤਕਰੀਬਨ 6-7 ਸਾਲ ਬਤੀਤ ਹੋਏ। ਜਿਸ ਵਕਤ ਇਸ ਨੇ ਆਨੰਦ ਕਾਰਜ ਦੀ ਰੀਤ ਨਿਭਾਉਣ ਦੀ ਚਿੱਠੀ ਭੇਜੀ, ਉਹ ਜਿਹੜਾ ਪੱਤਰੀ ਲੈ ਕਰਕੇ ਗਿਆ ਸੀ, ਉਹਨੇ ਜਦੋਂ ਜਾ ਕੇ ਭਾਈ ਸਾਦੇ ਨੂੰ ਦੱਸਿਆ, ਇਸ ਨੇ ਬੜੀ ਖੁਸ਼ੀ ਜ਼ਾਹਰ ਕੀਤੀ ਔਰ ਆਪਣੇ ਪੁੱਤਰ ਨੂੰ ਸਖੀ ਸਰਵਰ ਦੀ ਬਣੀ ਹੋਈ ਜਿਹੜੀ ਮੱਟੀ ਸੀ, ਜਗ੍ਹਾ ਸੀ, ਉਹਦੇ 'ਤੇ ਮੱਥਾ ਟਿਕਾ ਕਰਕੇ ਆਪਣੀ ਕੁਲ ਦੇ ਰੀਤੀ ਰਿਵਾਜ ਆਰੰਭ ਕੀਤੇ। ਇੱਥੋਂ ਤੱਕ ਆਪਾਂ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਇਹ ਕਥਾ ਵਿਚਾਰ ਸ਼ਰਵਣ ਕੀਤੇ ਸੀ। ਅੱਜ ਅੱਗੇ ਜਿਸ ਤਰੀਕੇ ਦੇ ਨਾਲ ਇਹ ਪਾਵਨ ਪ੍ਰਸੰਗ ਆ ਰਿਹਾ ਹੈ, ਆਓ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਚਰਨ ਹਿਰਦੇ ਵਿੱਚ ਵਸਾ ਕਰਕੇ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਮੂਰਤ ਹਿਰਦੇ 'ਚ ਵਸਾ ਕਰਕੇ ਸਤਿਗੁਰਾਂ ਦੇ ਪਾਵਨ ਗੁਰ ਇਤਿਹਾਸ ਦੀ ਕਥਾ ਦੇ ਨਾਲ ਜੁੜੀਏ। ਮਨ ਦੀ ਇਕਾਗਰਤਾ ਦੇ ਲਈ ਇੱਕ ਵਾਰ ਗੁਰਮੰਤਰ ਰਸਨਾ ਤੋਂ ਉਚਾਰਨ ਕਰੋ। ਸਾਰੇ ਗੱਜ ਕਰਕੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵੱਡੇ ਗ੍ਰਹਿ ਵਿਆਹਨ ਪੁਨ ਗਇਓ। ਇਸ ਤਰੀਕੇ ਦੇ ਨਾਲ ਫਿਰ ਇਹ ਜਿਹੜਾ ਵੱਡਾ ਪਿੰਡ ਹੈ, ਜਿੱਥੋਂ ਦੀ ਭਾਵ ਇਹ ਗੁਰਸਿੱਖ ਦੀ ਪੁੱਤਰੀ ਹੈ, ਜੋ ਗੁਰੂ ਘਰ ਦੇ ਸੇਵਕ ਹੈ, ਭਾਈ ਸਾਦਾ ਆਪਣੇ ਪੁੱਤਰ ਸਾਧੂ ਨੂੰ ਲੈ ਕਰਕੇ ਵਿਆਹਣ ਵਾਸਤੇ ਗਿਆ ਹੈ ਇਸ ਸਿੱਖ ਦੀ ਪੁੱਤਰੀ ਦੇ ਤਾਏ। ਜਾਏ ਢੁਕਾਓ ਬਲੀ ਵਿਦ ਕੀਓ। ਜਾ ਕਰਕੇ ਬਰਾਤ ਨੂੰ ਲਿਜਾ ਕਰਕੇ ਭਲੇ ਪ੍ਰਕਾਰ ਦੇ ਨਾਲ ਇਸ ਸਿੱਖ ਦੇ ਘਰ ਦੇ ਵਿੱਚ ਇਸ ਨੇ ਢਕਾ ਕੀਤਾ, ਬਰਾਤ ਸਮੇਤ, ਲਾੜੇ ਸਮੇਤ। ਆਕੁਲ ਸਾਦੇ ਮਿਲਣੀ ਕੀਨ। ਇਹ ਅੱਗੇ ਜਿਹੜਾ ਭਾਈ ਆਕੁਲ ਸੀ, ਗੁਰਾਂ ਦਾ ਸਿੱਖ ਸੀ, ਬੜੇ ਲੰਮੇ ਸਮੇਂ ਤੋਂ ਸਿੱਖੀ ਨੂੰ ਮੰਨਦਾ ਸੀ, ਗੁਰਮਤ ਨੂੰ ਧਾਰਦਾ ਸੀ। ਇਸ ਨੇ ਗੁਰਮਤ ਮੁਤਾਬਕ ਬੜੇ ਸਾਦੇ ਜਿਹੇ ਢੰਗ ਦੇ ਨਾਲ, ਸਹੀ ਤਰੀਕੇ ਸਲੀਕੇ ਦੇ ਨਾਲ ਅੱਗੋਂ ਸਾਰਾ ਸਵਾਗਤ ਕੀਤਾ ਔਰ ਬਰਾਤ ਦੇ ਨਾਲ ਮੇਲ ਮਿਲਾਪ ਕੀਤਾ। ਸੋ ਅੱਜ ਵੀ ਜਿਹੜੇ ਗੁਰਮਤ ਨੂੰ ਚੰਗੇ ਤਰੀਕੇ ਨਾਲ ਮੰਨਦੇ ਆ, ਸਮਝਦੇ ਆ, ਗੁਰੂ ਦੇ ਚਰਨਾਂ 'ਤੇ ਸ਼ਰਧਾ ਰੱਖਦੇ ਆ, ਉਹ ਬੜੇ ਸਾਦੇ ਜਿਹੇ ਢੰਗ ਦੇ ਨਾਲ ਇਹ ਰੀਤੀ ਰਿਵਾਜ ਵਿਆਹ ਦੇ, ਸ਼ਾਦੀਆਂ ਦੇ ਨਿਭਾਉਂਦੇ ਆ। ਕਈ ਵਾਰ ਕੀ ਹੁੰਦਾ ਵੀ ਸਾਡੇ ਕੋਲ ਉਨੀ ਸਮਰੱਥਾ ਨਹੀਂ ਹੁੰਦੀ, ਅਸੀਂ ਆਪਣੀ ਸਮਰੱਥਾ ਤੋਂ ਬਾਹਰ ਜਾ ਕਰਕੇ ਜ਼ਮਾਨੇ ਦੇ ਵਿੱਚ ਵੇਖਾ ਵੇਖੀ ਆਪਣੀ ਫੋਕੀ ਸ਼ੋਹਰਤ ਦੇ ਵਾਸਤੇ ਵੀ ਸਾਡੇ ਦੁਨੀਆ ਦੇ ਸਾਹਮਣੇ ਚੰਗੇ ਨੰਬਰ ਬਣ ਜਾਣ ਵੀ ਫਲਾਣੇ ਨੇ ਬੜਾ ਵਿਆਹ ਕੀਤਾ ਹੈ ਜੀ। ਅਸੀਂ ਆਪਣੀ ਸਮਰੱਥਾ 'ਤੇ ਤੱਕਦੇ ਨਹੀਂ, ਸਮਰੱਥਾ ਤੋਂ ਬਾਹਰ ਜਾ ਕੇ ਕਰਜ਼ੇ ਚੁੱਕ ਕੇ ਵਿਆਹ ਆਨੰਦ ਕਾਰਜ ਕਰਦੇ ਹਾਂ। ਫਿਰ ਉਹ ਸਾਡੇ ਤੋਂ ਕਰਜ਼ੇ ਮੋੜੇ ਨਹੀਂ ਜਾਂਦੇ, ਉਹ ਫਾਹ ਸਾਡੇ ਗਲ ਵਿੱਚ ਪੈ ਜਾਂਦੇ ਆ, ਚਿੰਤਾਵਾਂ ਲੱਗ ਜਾਂਦੀਆਂ, ਮੰਦੇ ਹਾਲਾਤ ਹੋ ਜਾਂਦੇ ਹਨ। ਸੋ ਇਸ ਕਰਕੇ ਇਸ ਵਿਆਹ ਜਿਹੜਾ ਆਨੰਦ ਕਾਰਜ ਹੈ, ਬੜਾ ਖੁਸ਼ੀ ਦਾ ਸਮਾਂ ਹੁੰਦਾ ਜੀ, ਦੋ ਪਰਿਵਾਰਾਂ ਦੇ ਮੇਲ ਮਿਲਾਪ ਦਾ। ਇਹ ਮੇਲ ਮਿਲਾਪ ਦੋ ਪਰਿਵਾਰਾਂ ਦਾ ਤਮਾਮ ਉਮਰ ਲੰਘਣਾ ਹੁੰਦਾ ਹੈ। ਸੋ ਇਸ ਕਰਕੇ ਇਹ ਜਿਹੜੇ ਕਾਰਜ, ਇਹਨਾਂ ਨੂੰ ਬੜਾ ਸੋਚ ਸਮਝ ਕੇ ਜਥਾ ਸ਼ਕਤ ਆਪਣੀ ਯੋਗਤਾ ਵੇਖ ਕਰਕੇ ਨਿਭਾਉਣਾ ਚਾਹੀਏ, ਤਾਂ ਕਿ ਤਮਾਮ ਉਮਰ ਇਹਨਾਂ ਕਾਰਜਾਂ ਦੇ, ਇਹਨਾਂ ਸੰਬੰਧਾਂ ਦੇ ਵਿੱਚ ਬਾਅਦ ਦੇ ਵਿੱਚ ਫਿਰ ਬੇਰਸੀ ਨਾ ਹੋਵੇ। ਨਹੀਂ ਤੇ ਅਕਸਰ ਵੇਖਿਆ ਜਾਂਦਾ ਕਰਜ਼ੇ ਲੈ ਕੇ ਆਪਾਂ ਕੰਮ ਤੇ ਕਾਰਜ ਤੇ ਕਰ ਲੈਂਦੇ ਆ, ਫਿਰ ਬਾਅਦ ਦੇ ਵਿੱਚ ਕੀ ਹੁੰਦਾ, ਕਰਜ਼ਿਆਂ ਦੇ ਵਿੱਚ ਡੁੱਬਿਆਂ ਹੋਇਆਂ ਤੋਂ ਘਰ ਦੇ ਖਰਚੇ ਚਲਾਉਣੇ ਵੀ, ਬਿਜਲੀ ਦੇ ਬਿੱਲ ਮੋੜਨੇ ਵੀ ਮੁਸ਼ਕਲ ਹੋ ਜਾਂਦੇ ਆ, ਫਸਲਾਂ ਵੀ ਸਹੀ ਤਰੀਕੇ ਨਾਲ ਪਾਲਣੀਆਂ, ਬੱਚਿਆਂ ਨੂੰ ਬਾਅਦ ਦੇ ਵਿੱਚ ਸਹੀ ਤਰੀਕਿਆਂ ਦੇ ਨਾਲ ਪੜ੍ਹਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ। ਸੋ ਫਿਰ ਉਹ ਸਾਕਾਂ ਸੰਬੰਧਾਂ ਦੇ ਵਿੱਚ ਵੀ ਬੇਰਸੀ ਆ ਜਾਂਦੀ ਹੈ। ਸੋ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਬੜੀ ਸਮਝਦਾਰੀ ਦੇ ਨਾਲ ਆਪਣੀ ਯੋਗਤਾ ਨੂੰ ਵੇਖਦਿਆਂ ਪਰਖਦਿਆਂ ਹੋਇਆਂ ਜਥਾ ਸ਼ਕਤੀ ਇਹ ਕਾਰਜ ਜੇ ਆਪਣੀ ਸਮਰੱਥਾ ਵਿੱਚ ਰਹਿ ਕੇ ਬੰਦਾ ਨਿਭਾਵੇ ਤੇ ਵਧੇਰੇ ਖੁਸ਼ੀ ਦੇ ਸਕਦੇ ਹੈ। ਸੋ ਇਸ ਕਰਕੇ ਸਿੱਖ ਸਿਆਣਾ ਸੀ, ਸਮਝਦਾਰ ਸੀ, ਗੁਰਮਤ ਨੂੰ ਧਾਰਦਾ ਸੀ। ਇਹ ਸੋਝੀ ਮਿਲਦੀ ਵੀ ਗੁਰਮਤ ਦੇ ਵਿੱਚੋਂ ਹੀ ਹੈ, ਦੂਜਾ ਤੇ ਕੋਈ ਰਸਤਾ ਹੈ ਹੀ ਨਹੀਂ।
ਸੋ ਇਸ ਨੇ ਬੜੇ ਸਾਦੇ ਢੰਗ ਤਰੀਕੇ ਦੇ ਨਾਲ ਜਿਵੇਂ ਗੁਰਮਤਿ ਨੂੰ ਧਾਰਦਾ, ਗੁਰਮਤਿ ਤੋਂ ਸਿੱਖਿਆ ਲਈ ਹੈ, ਉਸੇ ਤਰੀਕੇ ਨਾਲ ਇਸ ਨੇ ਸਾਰੀ ਰੀਤੀ ਰਿਵਾਜ ਜਿਹੜੇ ਬਰਾਤ ਦੇ ਟਿਕਾਓ ਦੇ ਉਹ ਨਿਭਾਏ ਹਨ ਭਾਈ ਆਕਲ ਨੇ। ਯਥਾ ਸ਼ਕਤ ਦੇ ਕੀਰਤ ਲੀਨ, ਔਰ ਜਿੰਨੀ ਕਿ ਇਹਦੇ ਵਿੱਚ ਸਮਰੱਥਾ ਸੀ ਉਸੇ ਸਮਰੱਥਾ ਦੇ ਮੁਤਾਬਕ, ਉਸੇ ਆਪਣੀ ਯੋਗਤਾ ਦੇ ਮੁਤਾਬਕ ਸਾਰੇ ਕਾਰਜ ਕਰਕੇ ਇਸਨੇ ਵਡਿਆਈ ਪ੍ਰਾਪਤ ਕੀਤੀ ਪਦਾਰਥ ਦੇ ਕਰਕੇ। ਸਾਧੂ ਕੋ ਦੀਨੇ ਤਬ ਫੇਰੇ, ਤਦੋਂ ਭਾਈ ਸਾਧੂ ਨੂੰ ਆਪਣੀ ਕੰਨਿਆਂ ਦੇ ਫੇਰੇ ਦੇ ਦਿੱਤੇ, ਆਨੰਦ ਕਾਰਜ ਦੀ ਜਿਹੜੀ ਰਸਮ ਹੈ ਨਿਭਾ ਦਿੱਤੀ ਹੈ। ਯਥਾ ਜੋਗ ਕਰ ਰੀਤ ਭਲੇਰੇ, ਜਿਸ ਤਰੀਕੇ ਨਾਲ ਯੋਗ ਸੀ ਸਾਰੇ ਸਮਾਜਿਕ ਧਾਰਮਿਕ ਪੱਖ ਨੂੰ ਮੁੱਖ ਰੱਖਦਿਆਂ ਹੋਇਆਂ ਸਾਰੀਆਂ ਰੀਤੀਆਂ ਨਿਭਾਈਆਂ। ਖਾਨ ਪਾਨ ਦੇ ਕਰ ਸਨਮਾਨੇ, ਬਰਾਤ ਜਿਹੜੇ ਨਾਲ ਬਰਾਤੀ ਆਏ ਸਨ ਉਹਨਾਂ ਨੂੰ ਵੀ ਚੰਗਾ ਭੋਜਨ ਪ੍ਰਸ਼ਾਦਾ ਪਰੋਸ ਕੇ ਚੰਗਾ ਸਨਮਾਨ ਕੀਤਾ। 3 ਦਿਵਸ ਰਾਖੇ ਸੁਖ ਠਾਨੇ, ਔਰ ਬਰਾਤ ਨੂੰ 3 ਦਿਨ ਆਪਣੇ ਘਰ ਦੇ ਵਿੱਚ ਰੱਖਿਆ ਤੇ ਬੜਾ ਸੁਖ ਪ੍ਰਾਪਤ ਕੀਤਾ। ਵੇਖੋ ਜਦੋਂ ਲੋਕ ਆਪਣੀ ਸਮਰੱਥਾ ਨਹੀਂ ਸੀ ਭੁੱਲੇ ਤੇ 3-3 ਰਾਤਾਂ 3-3 ਦਿਨ ਆਪਣੇ ਘਰ ਰੱਖਦੇ ਸੀ ਆਪਣੇ ਸੰਬੰਧੀਆਂ ਨੂੰ, ਔਰ ਉਹ ਖੁਸ਼ ਹੋ ਕਰਕੇ ਰਹਿੰਦੇ ਵੀ ਸੀ, ਸੁਖੀ ਵੀ ਹੁੰਦੇ ਸੀ ਇੱਕ ਦੂਜੇ ਨੂੰ ਮਿਲ ਕੇ। ਅੱਜ 3 ਘੰਟਿਆਂ ਦੇ ਵਿੱਚ ਦੀ ਵਿਆਹ ਖਤਮ ਹੋ ਜਾਂਦਾ, ਅਸੀਂ ਪੈਲਸ ਬੁੱਕ ਕਰ ਲੈਂਦੇ ਆ ਤੇ 3 ਘੰਟਿਆਂ ਦੇ ਵਿੱਚ ਦੀ ਅਸੀਂ ਵਿਆਹ ਭੁਗਤਾ ਕੇ ਆ ਜਾਂਦੇ। 12 ਵਜੇ ਘਰੋਂ ਜਾਈਦਾ, 3 ਵਜੇ ਨੂੰ ਘਰ ਨੂੰ ਵਾਪਸ ਤਿਆਰੀਆਂ। ਕਿਹੜਾ ਰਿਸ਼ਤੇਦਾਰ ਕਿੱਧਰ ਨੂੰ ਗਿਆ ਪਤਾ ਹੀ ਨਹੀਂ ਹੁੰਦਾ, ਗੱਡੀਆਂ ਦੇ ਵਿੱਚ ਆਉਂਦੇ ਐ। ਜੇ ਨਾ ਗੱਡੀਆਂ ਹੋਣ, ਪੈਲਸਾਂ ਅੱਜ ਕੱਲ੍ਹ ਜਿਹੜੀਆਂ ਉਹ ਰੋਡਾਂ ਦੇ ਉੱਤੇ ਬਣੀਆਂ ਹੋਈਆਂ, ਸਹੂਲਤ ਨੂੰ ਮੁੱਖ ਰੱਖਦੇ ਆ। ਬੱਸ ਚੋਂ ਪੈਲਸ ਅੱਗੇ ਉਤਰੀਦਾ ਤੇ ਪੈਲਸ ਅੱਗੋਂ ਹੀ ਬੱਸ ਦੇ ਵਿੱਚ ਚੜ੍ਹ ਜਾਈਦਾ। ਕਈ ਵਾਰ ਕਈ ਦੂਰੋਂ ਆਉਣ ਵਾਲੇ ਰਿਸ਼ਤੇਦਾਰਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਜਿਨ੍ਹਾਂ ਦੇ ਵਿਆਹ 'ਤੇ ਅਸੀਂ ਚੱਲੇ ਉਹਨਾਂ ਦਾ ਘਰ ਕਿੱਥੇ ਹੈ ਤੇ ਘਰ ਹੈ ਕਿਹੋ ਜਿਹੇ ਆ। ਉਹਨਾਂ ਨੇ ਸਾਰੀ ਉਮਰ ਘਰ ਹੀ ਨਹੀਂ ਵੇਖੇ ਹੁੰਦੇ। ਸੋ ਉਹ ਰੀਤੀ ਰਿਵਾਜ ਵੇਖੋ ਕੈਸੇ ਸੀ। 3 ਦਿਨ ਘਰ ਦੇ ਵਿੱਚ ਬਰਾਤਾਂ ਰੱਖਣੇ ਜਾਂ ਰਿਸ਼ਤੇਦਾਰ ਰੱਖਣੇ ਤੇ ਫਿਰ ਵੀ ਕਿੰਨਾ ਪ੍ਰੇਮ, ਕਿੰਨਾ ਸਨੇਹ, ਇੱਕ ਦੂਜੇ ਨੂੰ ਮਿਲ ਕੇ ਸੁਖੀ ਹੋਣਾ। ਭਾਵ ਉਹ ਸਮਝਦਾਰ ਲੋਕ ਸਨ। ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਉਹ ਪੜ੍ਹੇ ਲਿਖੇ ਸੀ। ਅਸੀਂ ਅੱਜ ਕਹਿੰਦੇ ਹਾਂ ਵੀ ਅਸੀਂ ਬੇਸਿਕ ਐਜੂਕੇਸ਼ਨ ਨੂੰ ਬਹੁਤ ਪੜ੍ਹ ਲਿਆ, ਅਸੀਂ ਸਮਝਦੇ ਹਾਂ ਵੀ ਅਸੀਂ ਪੜ੍ਹੇ ਲਿਖੇ ਹੋ ਗਏ, ਪਰ ਜੇ ਵਾਚੀਏ ਉਹਨਾਂ ਦਾ ਰਹਿਣ ਸਹਿਣ ਤੇ ਇਉਂ ਲੱਗਦਾ ਵੀ ਉਹ ਸਾਡੇ ਨਾਲੋਂ ਵੱਧ ਪੜ੍ਹੇ ਲਿਖੇ ਸਨ। ਇਉਂ ਜਾਪਦਾ ਹੈ, ਭਾਸਦਾ ਹੈ। ਸੋ ਇਸ ਤਰੀਕੇ ਦੇ ਨਾਲ ਇਹਨਾਂ ਨੇ ਜਿਹੜੀ ਬਰਾਤ ਹੈ ਉਹਦਾ ਸਾਰਾ ਸਵਾਗਤ ਕੀਤਾ, ਸਾਰਾ ਸਨਮਾਨ ਸੇਵਾ ਕੀਤੇ। ਲੋਕ ਜਾਤ ਕੇ ਪਿਕ ਸਮੁਦਾਏ, ਔਰ ਆਪਣੀ ਜਾਤ ਦੇ ਜਿਹੜੇ ਸਮੁਦਾਇ ਇਕੱਠ ਹੈ ਜਿਹੜਾ ਉਸ ਨੂੰ ਵੇਖ ਕਰਕੇ ਮਹਿ ਬੋਲਿਓ ਮਨ ਬਹੁ ਪਛਤਾਏ, ਬੋਲਿਆ ਨਹੀਂ ਕੁਛ ਵੀ ਮਨ ਦੇ ਵਿੱਚ ਵੀ ਤੂੰ ਸਖੀ ਸਰਵਰ ਨੂੰ ਮੰਨਦਾ ਤੇ ਅਸੀਂ ਗੁਰੂ ਕੇ ਸਿੱਖ ਹਾਂ। ਇਸ ਗੱਲ ਨੂੰ ਸੋਚ ਕੇ ਲੋਕ ਜਾਤੀ ਨੂੰ ਭੁੱਲ ਗਿਆ, ਸਮਾਜ ਦੀ ਸਮਾਜਿਕ ਪੱਖ ਨੂੰ ਵਿਚਾਰ ਕੇ ਆਪਣੀ ਗੱਲ ਆਪਣੇ ਹਿਰਦੇ 'ਚ ਹੀ ਦੱਬ ਲਈ। ਬੋਲਿਆ ਕੁਛ ਨਾ ਪਰ ਮਨ ਵਿੱਚ ਬੜਾ ਪਛਤਾਉਂਦਾ ਜੇ। ਆਪਨ ਸੁਤਾ ਸੋ ਸਕਲ ਬਖਾਨੀ, ਆਪਣੀ ਪੁੱਤਰੀ ਦੇ ਤਾਈਂ ਇਸਨੇ ਸਾਰੀ ਗੱਲ ਦੱਸ ਦਿੱਤੀ। ਤੁਮ ਸਸੁਰਾਰ ਅਹੈ ਸੁਲਤਾਨੀ, ਕਹਿਣ ਲੱਗਾ ਤੇਰਾ ਜਿਹੜਾ ਸਹੁਰਾ ਘਰ ਹੈ ਨਾ, ਤੇਰਾ ਪਤੀ, ਤੇਰਾ ਸਹੁਰਾ ਪਰਿਵਾਰ ਉਹ ਸੁਲਤਾਨ ਪੀਰ ਨੂੰ ਮੰਨਦੇ ਆ, ਸਰਵਰ ਦੇ ਤਾਈਂ। ਤੈਨ ਹੈ ਮਨ ਹੋ ਕਹੈ ਖੁਦਾਈ, ਔਰ ਜੇ ਤੈਨੂੰ ਉਹ ਕਹਿਣ ਵੀ ਨਾ ਵੀ ਤੂੰ ਉਹਨੂੰ ਮੰਨਣਾ ਸਖੀ ਸਰਵਰ ਨੂੰ, ਤੇ ਤੂੰ ਕਦੇ ਵੀ ਨਹੀਂ ਮੰਨਣਾ। ਜੇ ਤੇਰੇ ਤੇ ਦਬਾਅ ਵੀ ਬਣਾਉਣ ਤੂੰ ਤਾਂ ਵੀ ਨਹੀਂ ਮੰਨਣਾ, ਤੂੰ ਜਵਾਬ ਦੇ ਦੇਵੀਂ ਮੰਨਣ ਤੋਂ। ਸਤਿਗੁਰ ਕੋ ਮਨ ਹੋ ਮਨ ਲਾਈ, ਤੂੰ ਹਮੇਸ਼ਾ ਸਤਿਗੁਰਾਂ ਨੂੰ ਹੀ ਮੰਨਣਾ, ਮਨ ਲਾ ਕੇ ਮਨ ਤੋਂ ਭਾਵਨਾ ਰੱਖੀ ਸਤਿਗੁਰਾਂ ਦੇ ਚਰਨਾਂ ਤੇ। ਭਾਈ ਦੁਖਦ ਬਹੁ ਆਕੁਲ ਤਨੀਆ, ਇਹ ਜਿਹੜਾ ਭਾਈ ਆਕੁਲ ਸੀ ਇਹਦੀ ਪੁੱਤਰੀ ਜੇ ਗੱਲ ਸੁਣ ਕਰਕੇ ਹਿਰਦੇ ਦੇ ਵਿੱਚ ਬੜੀ ਦੁਖੀ ਹੋਈ, ਕਿਉਂਕਿ ਹੁਣ ਬੱਚੇ ਨੇ ਜਿਹੜੇ ਘਰ ਦੇ ਵਿੱਚ ਵਿਆਹ ਕੇ ਜਾਣਾ ਹੈ, ਅਗਲੇ ਸਾਰੇ ਜੀ ਆ ਜਿਹੜੇ ਉਹਨਾਂ ਸਾਰਿਆਂ ਦਾ ਮਤਾ ਇੱਕ ਆ। ਹੁਣ ਕੱਲੀ ਜਿਹੜੀ ਕੰਨਿਆ ਉਸ ਪਰਿਵਾਰ ਦੇ ਵਿੱਚ ਚੱਲੀ ਆਪਣੇ ਘਰ ਪਰਿਵਾਰ ਤੋਂ ਦੂਰ, ਉਹ ਕੱਲੀ ਵਿਚਾਰੀ ਇੱਕ ਬੰਨੇ ਰਹਿ ਗਈ। ਹੁਣ ਐਵੇਂ ਨਿਭਾਉਣੀ ਵੀ ਬੜੀ ਔਖੀ ਹੋ ਜਾਂਦੀ ਹੈ, ਇਕੱਲੇ ਬੰਦੇ ਨੂੰ ਬੜੀ ਮੁਸ਼ਕਲ ਜੀ ਖੇਡ ਬਣ ਜਾਂਦੀ ਹੈ। ਸੋ ਇਹ ਹਿਰਦੇ ਵਿੱਚ ਬੜੀ ਪਛਤਾਉਂਦੀ ਹੈ ਆਪਣੇ। ਹਿਰਦੈ ਬਸੂਰਤ ਸਿਰ ਕੋ ਧਨੀਆ, ਔਰ ਹਿਰਦੇ ਵਿੱਚ ਝੂਰਦੀ ਹੈ ਵੀ ਇਹ ਕੀ ਬਣਿਆ, ਸਿਰ ਨੂੰ ਧੁਣਦੀ ਹੈ, ਵਾਰ-ਵਾਰ ਪਛਤਾਵੇ ਦੇ ਵਿੱਚ ਹਿਲਾਉਂਦੀ ਆਪਣੇ ਸਿਰ ਦੇ ਤਾਈਂ। ਨਹਿ ਬਸ ਚਲੈ ਸਹਿਓ ਦੁਖ ਉਰਮੈ, ਬਸ ਨਹੀਂ ਚੱਲਦਾ ਪਰ ਕੋਈ ਕੁਛ ਕਰ ਨਹੀਂ ਸਕਦੀ ਵਿਚਾਰੀ, ਸਾਰਾ ਦੁੱਖ ਆਪਣੇ ਹਿਰਦੇ ਵਿੱਚ ਹੀ ਪੀ ਗਏ। ਮੈਂ ਸਿੱਖ ਸੁਤਾ ਸਰਵਰੀ ਘਰ ਮੈਂ, ਕੀ ਵਿਚਾਰਦੀ ਆ ਵੀ ਮੈਂ, ਮੇਰਾ ਪਿਤਾ ਗੁਰਸਿੱਖ, ਅਸੀਂ ਗੁਰੂ ਨੂੰ ਮੰਨਣ ਵਾਲੇ, ਗੁਰੂ ਤੇ ਸ਼ਰਧਾ ਰੱਖਣ ਵਾਲੇ,
ਤੇ ਮੇਰਾ ਪਰਿਵਾਰ ਸੁਲਤਾਨ ਪੀਰ ਨੂੰ ਮੰਨਣ ਵਾਲਾ ਕਿੱਡੀ ਵਿਪਰੀਤ ਖੇਡ ਬਣ ਗਏ। ਕਰੀ ਵਿਸਰਜਨ ਰੁਦਤ ਵਿਸਾਲਾ, ਇਉਂ ਉਸ ਆਪਣੀ ਪੁੱਤਰੀ ਨੂੰ ਬਹੁਤ ਪਛਤਾਵੇ ਵਿੱਚ ਰੋਂਦੀ ਹੋਈ ਨੂੰ ਭਾਈ ਆਕੁਲ ਨੇ ਵਿਦਾ ਕਰ ਦਿੱਤਾ। ਪੁੱਤਰ ਸਰੂਖਾ ਲੈ ਤਬ ਚਾਲਾ, ਇਹ ਭਾਈ ਸਾਦੇ ਦਾ ਜਿਹੜਾ ਪੁੱਤਰ ਸੀ ਆਪਣੀ ਘਰਵਾਲੀ ਨੂੰ ਭਾਈ ਸਾਦੇ ਦੀ ਨਹੁੰ ਨੂੰ ਲੈ ਕਰਕੇ ਤੁਰ ਪਿਆ ਹੈ, ਚੱਲ ਪਿਆ ਹੈ। ਗੁਰੂ ਡਰੋਲੀ ਪੂਰਬ ਆਏ, ਹੁਣ ਇਹਨਾਂ ਨੇ ਜਿੱਥੇ ਵਾਪਸ ਜਾਣਾ ਸੀ ਨਾ ਆਪਣੇ ਨਗਰ ਤੁਕਲਾਣੀ ਵਿੱਚ, ਤੁਕਲਾਨੀ ਨਗਰ ਨੂੰ ਜਾਂਦਿਆਂ ਹੋਇਆਂ ਰਸਤੇ ਵਿੱਚ ਪਹਿਲੋਂ ਭਾਈ ਕੀ ਡਰੋਲੀ ਨਗਰ ਆਇਆ। ਇਸ ਨਗਰ ਵਿੱਚ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਆਪ ਜਗਤ ਗੁਰੂ ਦਾ ਵਾਸਾ ਹੈ। ਉਤਰੇ ਹੁਤੇ ਦਸ਼ ਵਿਦਤ ਆਏ, ਔਰ ਇਸ ਸਿੱਖ ਦੀ ਪੁੱਤਰੀ ਨੂੰ ਪਤਾ ਸੀ ਇਸ ਗੱਲ ਦਾ ਵੀ ਸਤਿਗੁਰੂ ਇਸ ਨਗਰ ਦੇ ਵਿੱਚ ਆਏ ਹੋਏ ਆ। ਇਹ ਗੱਲ ਇਸ ਨੂੰ ਪਤਾ ਸੀ, ਪ੍ਰਗਟ ਸੀ ਇਹ ਗੱਲ ਸਾਰੇ ਇਲਾਕੇ ਵਿੱਚ, ਇਸ ਨੂੰ ਵੀ ਪਤਾ ਲੱਗ ਗਈ ਸੀ ਤੁਕਲਾਣੀ ਕੇ ਮਗ ਮੈਂ ਡੇਰਾ, ਕਿ ਤੁਕਲਾਨੀ ਦੇ ਰਸਤੇ ਦੇ ਵਿੱਚ ਸਤਿਗੁਰਾਂ ਨੇ ਡੇਰਾ ਕੀਤਾ ਹੋਇਆ ਹੈ। ਭਜਨ ਕੀਰਤਨ ਹੋਤ ਕਨੇਰਾ, ਇੱਥੇ ਬਹੁਤ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਜੁੜੀਆਂ। ਭਜਨ ਕੀਰਤਨ ਸਤਿਗੁਰਾਂ ਦੇ ਹਜੂਰ ਦੀਵਾਨ ਲੱਗੇ ਹੋਏ ਐ। ਇਹ ਭਜਨ ਕੀਰਤਨ ਦਾ ਇੱਥੇ ਪ੍ਰਵਾਹ ਚੱਲ ਰਿਹਾ ਹੈ। ਵੱਡੇ ਘਰ 100 ਗ੍ਰਾਮ ਤੇ ਚਾਲੇ, ਜਦੋਂ ਇਹ ਵੱਡੇ ਘਰ ਤੋਂ ਆਪਣੇ ਨਗਰ ਵਾਲੇ ਪਾਸੇ ਨੂੰ ਚੱਲੇ ਹਨ, ਤਨ ਮੈਂ ਭਰਹੀ ਕਾਮ ਵਿਸਾਲੇ, ਔਰ ਦਿਨ ਭਰ ਇਹਨਾਂ ਨੇ ਜਦੋਂ ਸਫ਼ਰ ਤੈਅ ਕੀਤਾ, ਸਾਰੀ ਦਿਹਾੜੀ ਚੱਲਦਿਆਂ ਹੋਇਆਂ ਲੰਮਾ ਪੈਂਡਾ ਜਦੋਂ ਤੈਅ ਕਰ ਲਿਆ, ਨਿਬੇੜ ਲਿਆ। ਜਾਂ ਤੇ ਬੜੀ ਰੈਣ ਤੇ ਪਿਆਨਾ, ਤੋ ਇਸ ਕਰਕੇ ਇਹ ਚੱਲਦਿਆਂ ਚੱਲਦਿਆਂ ਇਹਨਾਂ ਨੂੰ ਰਸਤੇ ਦੇ ਵਿੱਚ ਰਾਤ ਪੈ ਗਈ। ਅਰਣੋਦਾ ਪਹੁੰਚੇ ਗੁਰਥਾਨਾ, ਵਾਹਿਗੁਰੂ ਸਾਰੀ ਰਾਤ ਵੀ ਇਹ ਰਸਤੇ ਦੇ ਵਿੱਚ ਚੱਲਦੇ ਰਹੇ, ਸ਼ਾਮ ਦੇ ਤੁਰੇ ਹੋਏ। ਅਰਣੋਦਿਆ ਤੇ ਸਵੇਰੇ ਅੰਮ੍ਰਿਤ ਵੇਲੇ ਇਹ ਉਸ ਜਗ੍ਹਾ ਤੇ ਪਹੁੰਚੇ ਆ ਜਿੱਥੇ ਸਤਿਗੁਰੂ ਦੀਵਾਨ ਲਾ ਕੇ ਬੈਠੇ ਹੋਏ ਆ, ਭਾਵ ਭਾਈ ਕੀ ਡਰੋਲੀ ਨਗਰ ਦੇ ਵਿੱਚ। ਇਹ ਪਿੰਡ ਦਾ ਰਸਤਾ ਤੈਅ ਕਰਦਿਆਂ ਪਹੁੰਚ ਗਏ। ਸਾਦਾ ਸਹਿਤ ਬਰਾਤ ਅਗਾਰੀ, ਭਾਈ ਸਾਦੇ ਦੇ ਸਮੇਤ ਸਾਰੀ ਬਰਾਤ ਹੈ ਜਿਹੜੀ ਅੱਗੇ ਹੈ। ਡੋਰੀ ਸਾਧੂ ਸਹਿਤ ਪਿਛਾਰੀ, ਭਾਈ ਸਾਧੂ ਜੀ ਸਮੇਤ ਜਿਹੜੀ ਡੋਲੀ ਹੈ ਇਸ ਆਕੁਲ ਸਿੱਖ ਦੀ ਕੰਨਿਆਂ ਦੀ, ਉਹ ਸਾਰੀ ਬਰਾਤ ਤੋਂ ਪਿੱਛੇ ਹੈ ਜੀ। ਔਰ ਟਿਕ ਆਸਾ ਵਾਰ ਸੁਗਾਵੇਂ, ਇਧਰ ਅੰਮ੍ਰਿਤ ਵੇਲੇ ਦਾ ਸਮਾਂ, ਰਬਾਬੀ ਸਿੰਘ ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜੇ ਹੋਏ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਹਨ। ਬਾਦਤ ਆਦਰ ਬਾਬ ਵਜਾਵੇਂ, ਔਰ ਜਿਹੜੇ ਵਾद्य ਜੰਤਰ ਵਜਾਉਣ ਦੇ ਵਿੱਚ ਨਿਪੁੰਨ ਹੈ, ਸਾਜੀ ਬਾਜੀ, ਉਹ ਰਬਾਬ ਇਤਿਆਦਿਕ ਜਿਹੜੇ ਵਾद्य ਜੰਤਰ ਹੈ ਉਹਨਾਂ ਨੂੰ ਵਜਾ ਰਹੇ ਆ ਨਾਲ ਸੁਰਾਂ ਦੇ ਵਿੱਚ ਮਿਲਾ ਕਰਕੇ। ਆਕੁਲ ਕੀ ਦਹਤਾ ਸਨਕਾਨ, ਜਦੋਂ ਆਕੁਲ ਨੇ ਇਹ ਕੀਰਤਨ ਸੁਣਿਆ ਨਾ, ਆਕੁਲ ਦਹਿਤਾ ਭਾਵ ਭਾਈ ਆਕੁਲ ਦੀ ਪੁੱਤਰੀ ਨੇ, ਭਾਈ ਸਾਦੇ ਦੀ ਨੂੰਹ ਨੇ, ਜਦੋਂ ਕੀਰਤਨ ਦੇ ਤਾਈਂ ਸੁਣਿਆ, ਕੰਨਾਂ ਵਿੱਚ ਇਹਦੇ ਕੀਰਤਨ ਦੀ ਧੁਨੀ ਆਵਾਜ਼ ਪਹੁੰਚੀ। ਸ੍ਰੀ ਗੁਰ ਡੇਰਾ ਆਹ ਪਛਾਨ, ਇਸ ਨੇ ਝਟਪਟ ਪਛਾਣ ਲਿਆ ਵੀ ਇੱਥੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਡੇਰਾ ਹੋਏਗਾ। ਉਹਨਾਂ ਦੇ ਹਜ਼ੂਰ ਹੀ ਇਹ ਦੀਵਾਨ ਹੈ ਜਿਹੜੇ ਸੱਜੇ ਹੋਣਗੇ। ਨਿਤ ਕੇ ਸੰਗ ਗਈ ਬਹੁ ਵਾਰੀ, ਕਿਉਂਕਿ ਇਹ ਆਪਣੇ ਪਿਤਾ ਦੇ ਨਾਲ ਭਾਈ ਕੀ ਡਰੋਲੀ ਬਹੁਤ ਵਾਰ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਜਾ ਚੁੱਕੇ ਸੀ। ਦਰਸ਼ਨ ਦੇਖਿਓ ਹੋਤੋ ਅਗਾਰੀ, ਇਹਨੇ ਪਹਿਲਾਂ ਕਈ ਵਾਰੀ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਮ੍ਰਿਤ ਦਰਸ਼ਨ ਪ੍ਰਾਪਤ ਕੀਤੇ ਸਨ। ਕਿਤ ਹੈ ਉਪਾਏ ਸਮੀਪ ਗਵਨ ਕੋ, ਔਰ ਇਹ ਹੁਣ ਮਨ ਦੇ ਵਿੱਚ ਕੋਈ ਨਾ ਕੋਈ ਉਪਾਅ ਵਹਿੰਦੀ ਹੈ, ਯਤਨ ਵਹਿੰਦੀ ਹੈ, ਚਿੱਤਦੀ ਹੈ, ਵਿਚਾਰਦੀ ਹੈ ਵੀ ਕਿਹੜਾ ਹੀਲਾ ਅਪਣਾਵਾਂ ਤੇ ਮੈਂ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕਰਾਂ। ਹੀਲਾ ਤਾਂ ਅਪਣਾਉਣਾ ਪੈਂਦਾ ਹੈ ਕਿਉਂਕਿ ਬਾਕੀ ਸਾਰਾ ਪਰਿਵਾਰ ਹੈ ਜਿਹੜਾ ਉਹ ਸੁਲਤਾਨ ਪੀਰ ਨੂੰ ਮੰਨਣ ਵਾਲਾ ਹੈ, ਸਰਵਰ ਨੂੰ। ਇਹ ਗੁਰੂ ਕੀ ਸਿੱਖਣੀ ਹੈ, ਸਿੱਖ ਦੀ ਪੁੱਤਰੀ ਹੈ, ਸਤਿਗੁਰਾਂ ਤੇ ਸ਼ਰਧਾ ਰੱਖਦੀ ਹੈ। ਸੋ ਇਸ ਵਿਚਾਰ ਨੂੰ ਧਾਰ ਕੇ ਵਿਚਾਰਦੀ ਹੈ ਵੀ ਕਿਵੇਂ ਮੇਰੀ ਪੀਰੀ ਦੇ ਮਾਲਕ ਦੇ ਦਰਸ਼ਨ ਪ੍ਰਾਪਤ ਹੋਣ। ਕਹਿਓ ਕਹਾਰਨ ਸੰਗ ਬਚਨ ਕੋ, ਉਸ ਸਮੇਂ ਫਿਰ ਇਸ ਨੇ ਜਿਹੜੇ ਕਹਾਰ ਸੀ ਨਾ ਦੀ ਡੋਲੀ ਚੁੱਕ ਕੇ ਲੈ ਕੇ ਜਾਂਦੇ ਸੀ ਜਿਹੜੇ, ਉਹਨਾਂ ਦੇ ਤਾਈਂ ਫਿਰ ਇਸ ਨੇ ਬਚਨ ਕੀਤੇ, ਉਹਨਾਂ ਦੇ ਤਾਈਂ ਬਚਨ ਸਾਂਝਾ ਕੀਤਾ। ਤੁਮ ਜਾਣਤ ਹੋ ਸਗਰੀ ਬਾਤ, ਇਹ ਕਹਿਣ ਲੱਗੀ ਤੁਸੀਂ ਸਾਰੀ ਗੱਲ ਨੂੰ ਸਮਝਦੇ ਹੋ। ਹਮ ਗੁਰ ਕੋ ਸਿੱਖ ਸਦ ਬਖਿਆਤ, ਅਸੀਂ ਗੁਰੂ ਕੇ ਸਿੱਖਾਂ, ਗੁਰੂ ਕੇ ਚਰਨਾਂ ਤੇ ਸ਼ਰਧਾ ਰੱਖਦੇ ਆ, ਇਹ ਗੱਲ ਪ੍ਰਗਟ ਹੈ। ਇਹ ਗੱਲ ਆਪਣੇ ਕਹਾਰਾਂ ਨੂੰ ਤਾਂ ਕਹਿ ਰਹੀ ਹੈ ਕਿਉਂਕਿ ਜਿਹੜੇ ਕਹਾਰ ਸੀ ਨਾ ਡੋਲੀ ਚੁੱਕ ਕੇ ਲਿਜਾਣ ਵਾਲੇ,
ਇਹ ਭਾਈ ਆਕੁਲ ਦੇ ਰੱਖੇ ਹੋਏ ਸਨ, ਭੇਜੇ ਹੋਏ ਸਨ। ਇਹ ਉਦੋਂ ਰਿਵਾਜ ਹੁੰਦਾ ਸੀ ਵੀ ਜਿਹੜਾ ਧੀ ਦੀ ਡੋਲੀ ਛੱਡਣ ਵਾਸਤੇ ਜਾਂਦੇ ਸੀ ਜਿਹੜੇ ਕਹਾਰ, ਉਸੇ ਨਗਰ ਦੇ ਵਿੱਚੋਂ ਹੀ ਜਾਂਦੇ ਸੀ, ਪੇਕੇ ਪਰਿਵਾਰ ਵੱਲੋਂ ਹੀ ਜਾਂਦੇ ਸੀ ਜਿਹੜੀ ਧੀ ਦਾ ਵਿਆਹ ਹੁੰਦਾ ਸੀ। ਸੋ ਇਸ ਕਰਕੇ ਇਹਦੇ ਪੇਕੇ ਪਰਿਵਾਰ ਦੇ ਵਿੱਚੋਂ ਹੈ, ਭਾਈ ਆਕੁਲ ਨੇ ਭੇਜੇ ਹੈ। ਇਸ ਕਰਕੇ ਇਹਨਾਂ ਨਾਲ ਆਪਣੇ ਹਿਰਦੇ ਦੀ ਗੱਲ ਸਾਂਝੀ ਕਰਦੀ ਹੈ। ਇਹੋ ਡੇਰਾ ਢਿਗ ਹੈ ਗੁਰ ਕੇਰਾ। ਕਹਿਣ ਲੱਗੀ ਇਹ ਜਿਹੜਾ ਡੇਰਾ ਜਿੱਥੋਂ ਕੀਰਤਨ ਦੀ ਆਵਾਜ਼ ਆਉਂਦੀ ਹੈ ਨਾ, ਗੁਰੂ ਸਾਹਿਬ ਜੀ ਦਾ ਵਿਸ਼ਰਾਮ ਸਥਾਨ ਹੈ। ਇੱਥੇ ਸਤਿਗੁਰੂ ਬਿਰਾਜੇ ਹੋਏ ਹੈ, ਇਹ ਪ੍ਰਤੱਖ ਪ੍ਰਗਟ ਹੋ ਰਿਹਾ ਹੈ। ਚਲਤ ਚਾਹਾਂ ਮੈਂ ਦਰਸ਼ਨ ਹੇਰਾ। ਮੈਂ ਚੱਲ ਕਰਕੇ ਇਸ ਸਥਾਨ ਤੇ ਸਤਿਗੁਰਾਂ ਦੇ ਅੰਮ੍ਰਿਤ ਦਰਸ਼ਨ ਪ੍ਰਾਪਤ ਕਰਨਾ ਚਾਹੁੰਦੀ ਹਾਂ। ਜਿਨ ਕਹਿ ਦਰਬ ਕਹਾਰਨ ਦੀਨ। ਇਉਂ ਕਹਿ ਕਰਕੇ ਇਹਨੇ ਧਨ ਦਾ ਲਾਲਚ ਵੀ ਦੇ ਦਿੱਤਾ, ਧਨ ਵੀ ਦੇ ਦਿੱਤਾ ਹੈ ਪਹਾਰਾਂ ਦੇ ਤਾਈਂ। ਲਗੇ ਲੋਭ ਤਬ ਚਲਬੋ ਕੀਨ। ਉਹਨਾਂ ਨੇ ਧਨ ਦਾ ਲਾਲਚ ਧਾਰ ਕੇ ਇਸ ਸਿੱਖ ਦੀ ਪੁੱਤਰੀ ਨੂੰ ਨਾਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਜਿੱਥੇ ਵਿਰਾਜਮਾਨ ਸਨ ਉਸ ਡੇਰੇ ਵਾਲੇ ਪਾਸੇ ਨੂੰ ਚਾਲੇ ਪਾ ਦਿੱਤੇ। ਦੂਰ ਟਿਕਾਏ ਉੱਤਰ ਕਰ ਡੋਰੀ। ਦੂਰ ਡੋਲੀ ਇਸ ਨੇ ਟਿਕਾ ਦਿੱਤੀ, ਡੋਲੀ ਦੇ ਵਿੱਚੋਂ ਉਤਰੀ ਹੈ। ਗਮਨੀ ਸ਼੍ਰੀ ਹਰਗੋਬਿੰਦ ਓਰੀ। ਔਰ ਆਪਣੇ ਪੈਰਾਂ ਤੇ ਚੱਲਦੀ ਹੋਈ ਭਾਵਨਾ ਨਾਲ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ ਚੱਲ ਪਏ। ਆਕੁਲ ਸੁਤਾ ਆਨੰਦ ਮਨ ਧਾਰਿਓ। ਜਦੋਂ ਇਸ ਨੂੰ ਪ੍ਰਤੱਖ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਹੋਣ ਦਾ ਸੁਭਾਗਾ ਸਮਾਂ ਦਿਸਣ ਲੱਗਿਆ ਨਾ ਸਾਹਮਣੇ, ਬੜੀ ਖੁਸ਼ੀ ਕੀਤੀ, ਮਨ ਵਿੱਚ ਆਨੰਦ ਨਹੀਂ ਸਮਾਉਂਦਾ। ਬੈਠੇ ਸਤਿਗੁਰ ਦਰਸ਼ਨ ਨਿਹਾਰਿਓ। ਸਾਹਮਣੇ ਸਤਿਗੁਰੂ ਗਰੀਬ ਨਵਾਜ ਮੀਰੀ ਪੀਰੀ ਦੇ ਮਾਲਕ ਵੱਡੇ ਯੋਧੇ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਸੁਭਾਏ ਮਾਨ ਹਨ। ਸਤਿਗੁਰਾਂ ਦੇ ਅੰਮ੍ਰਿਤ ਦਰਸ਼ਨ ਇਸ ਨੇ ਪ੍ਰਾਪਤ ਕੀਤੇ। ਸਭਾ ਵਿਸਾਲ ਲਗੀ ਚਾਹ ਫੇਰੇ। ਚਾਰ ਸ਼ਫੇਰੇ ਬੜੀ ਭਾਰੀ ਸਭਾ ਲੱਗੀ ਹੋਈ ਹੈ, ਕਿਉਂਕਿ 3000 ਦੀ ਗਿਣਤੀ ਵਿੱਚ ਤੇ ਸਿੱਖ ਸੂਰਮੇ ਹੀ ਸਨ ਨਾਲ। ਫਿਰ ਹੋਰ ਨੇੜਿਓਂ ਤੇੜਿਓਂ ਸੰਗਤਾਂ ਵੀ ਆਉਂਦੀਆਂ ਸੀ। ਆਪਣਾ ਗੁਰੂ ਕਾ ਪਰਿਵਾਰ ਸੀ, ਗੁਰੂ ਕੇ ਹੋਰ ਸੇਵਕ ਵੀ ਨਾਲ ਸਨ। ਐਡੀ ਭਾਰੀ ਤਾਦਾਦ ਦੇ ਵਿੱਚ ਸਿੱਖ ਸੰਗਤ ਸੀ। ਸੋ ਬਹੁਤ ਭਾਰੀ ਸਭਾ ਸੱਜੀ ਹੋਈ ਹੈ। ਨਰ ਨਾਰੀ ਸੁਣ ਸ਼ਬਦ ਕਨੇਰੇ। ਬਹੁਤ ਸਾਰੇ ਮਨੁੱਖ ਔਰ ਇਸਤਰੀਆਂ ਆਸਾ ਦੀ ਵਾਰ ਦੇ ਕੀਰਤਨ ਨੂੰ, ਸ਼ਬਦ ਨੂੰ ਬੜਾ ਇਕਾਗਰ ਚਿੱਤ ਹੋ ਕੇ ਸ਼ਰਵਣ ਕਰ ਰਹੇ ਹਨ ਜੀ। ਜੁਗ ਕਰ ਜੋਰ ਬੰਦਨਾ ਕੀਨ। ਇਸ ਸਿੱਖ ਦੀ ਪੁੱਤਰੀ ਨੇ ਦੋਵੇਂ ਹੱਥ ਜੋੜੇ, ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣਾ ਸਿਰ ਨਵਾਇਆ। ਬੈਠੀ ਸ਼ਬਦ ਵਿਖੈ ਚਿਤ ਦੀਨ। ਔਰ ਸੰਗਤ ਵਿੱਚ ਬੈਠ ਕਰਕੇ ਆਪਣਾ ਚਿੱਤ ਜਿਹੜਾ ਮਨ ਹੈ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਵਿੱਚ ਲਾਇਆ ਹੈ, ਸ਼ਬਦ ਵਿੱਚ ਟਿਕਾ ਲਿਆ। ਇੱਕ ਵਾਰ ਮਹਿ ਆਸਾ ਵਾਰ। ਔਰ ਕਿੰਨੇ ਕੁ ਸਮੇਂ ਦੇ ਵਿੱਚ ਜਿਹੜੀ ਆਸਾ ਜੀ ਦੀ ਵਾਰ ਦਾ ਕੀਰਤਨ ਹੈ ਜੀ, ਆਇਓ ਭੋਗ ਆਨੰਦ ਕੋ ਧਾਰ। ਰਬਾਬੀ ਸਿੰਘਾਂ ਨੇ ਬੜੇ ਧੀਰਜ ਦੇ ਨਾਲ, ਬੜੇ ਆਨੰਦ ਦੇ ਨਾਲ ਆਸਾ ਜੀ ਦੀ ਵਾਰ ਦੀ ਕੀਰਤਨ ਦੇ ਸ਼ਬਦ ਗਾਇਨ ਕੀਤੇ ਔਰ ਆਸਾ ਜੀ ਦੀ ਵਾਰ ਦੇ ਭੋਗ ਪਾ ਕੇ ਸਮਾਪਤੀ ਕੀਤੀ। ਤਬ ਸਤਿਗੁਰ ਤਿਸ ਓਰ ਨਿਹਾਰੇ। ਤਦੋਂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੋ ਸਮਾਧੀ ਸਥਿਤ ਸੀ, ਇਕਾਗਰ ਚਿੱਤ ਸੱਚੇ ਪਾਤਸ਼ਾਹ ਜੀ ਨੇ ਆਪਣੇ ਅੰਮ੍ਰਿਤ ਸਰੀਖੇ ਸੁੰਦਰ ਨੇਤਰ ਖੋਲੇ ਕਮਲ ਵਰਗੇ। ਜਦੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਆਪਣੇ ਮੋਟੇ ਮੋਟੇ ਸੁੰਦਰ ਨੈਣ ਉਘਾੜੇ ਹਨ, ਪ੍ਰਕਾਸ਼ ਕੀਤੇ ਹਨ, ਉਸੇ ਸਮੇਂ ਆਪਣੀ ਜਿਹੜੀ ਅੰਮ੍ਰਿਤ ਦ੍ਰਿਸ਼ਟੀ ਹੈ, ਕਿਉਂਕਿ ਗਰੀਬ ਨਵਾਜ ਜਾਣੀ ਜਾਣ ਪਾਤਸ਼ਾਹ ਤੋਂ ਕੁਛ ਲੁਕਿਆ ਥੋੜੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਬੇਸ਼ੱਕ ਨੇਤਰ ਬੰਦ ਹੈ, ਗਰੀਬ ਨਵਾਜ ਨੂੰ ਪਤਾ ਹੈ ਵੀ ਕੌਣ ਮੇਰੇ ਹਜੂਰ ਆਇਆ ਹੈ, ਕਿਸ ਭਾਵਨਾ ਨਾਲ ਆਇਆ ਹੈ। ਗਰੀਬ ਨਵਾਜ ਨੂੰ ਸਭ ਪਰਖ ਹੈ, ਉਹਦੇ ਤੋਂ ਕੋਈ ਓਲਾ ਨਹੀਂ, ਨਾ ਕੋਈ ਰੱਖ ਹੀ ਸਕਦਾ ਕਿਸੇ ਪ੍ਰਕਾਰ ਦਾ, ਆਪਣੇ ਭੁਲੇਖੇ ਆ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਆਪਣੀ ਅੰਮ੍ਰਿਤ ਦ੍ਰਿਸ਼ਟੀ ਇਸ ਸਿੱਖ ਦੀ ਪੁੱਤਰੀ ਤੇ ਪਾਈ। ਉਸੇ ਸਮੇਂ ਸਗਰੋ ਵੇਸ ਵਿਆਹ ਕੋ ਧਾਰੇ। ਕੀ ਵੇਖਿਆ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ? ਤੱਕਿਆ ਵੀ ਇਸ ਕੰਨਿਆ ਨੇ ਸ਼ੁਭ ਸੋਹਣਾ ਵੇਸ ਹੈ, ਜਿਹੜਾ ਸਾਰਾ ਆਨੰਦ ਕਾਰਜ ਵਾਲਾ, ਵਿਆਹ ਵਾਲਾ ਭੇਸ ਬਣਾਇਆ ਹੋਇਆ। ਵੱਡੀ ਪ੍ਰਾਤ ਕਿਤ ਤੇ ਚਲ ਆਈ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਪਛਾਣ ਲਿਆ ਵੈਸੇ ਤਾਂ, ਪਰ ਹੁਣ ਆਪਣੇ ਸਮਝਣ ਲਈ ਲਿਖਦੇ ਆ ਕਵੀ ਰਾਜ ਭਾਈ ਸੰਤੋਖ ਸਿੰਘ ਜੀ। ਵਿਚਾਰ ਕੀਤੀ ਵੀ ਐਡੀ ਸਵੇਰ ਤੜਕੇ, ਕਿਉਂਕਿ ਆਸਾ ਜੀ ਦੀ ਵਾਰ ਦਾ ਭੋਗ ਸਵੇਰੇ ਅੰਮ੍ਰਿਤ ਵੇਲੇ ਤੋਂ ਸੂਰਜ ਦੇ ਚੜ੍ਹਾਅ ਦੇ ਨਾਲ ਹੀ ਪੈ ਜਾਂਦਾ। ਰਾਤ ਦੀ ਪਿਛਲੀ ਪਹਿਰ ਹੀ ਗਰੀਬ ਨਵਾਜ ਕੀਰਤਨ ਕਰਦੇ ਸੁਣਦੇ ਸਨ। ਸੋ ਮਹਾਰਾਜ ਨੇ ਕਿਹਾ ਐਡੀ ਸਵਖਤੇ ਇਹ ਕਿਧਰੋਂ ਚੱਲ ਕੇ ਆਈ ਹੈ ਕੰਨਿਆ। ਉਹ ਕਾਰਜ ਅਰ ਕਹਾਂ ਸਿਧਾਈ। ਕੀ ਇਸ ਨੂੰ ਕਾਰਜ ਹੈ ਔਰ ਕਿਧਰਲੇ ਪਾਸੇ ਨੂੰ ਚੱਲੀ ਹੈ? ਆਕੁਲ ਸੁਦਾ ਕਹਿਓ ਤਿਸ ਵੇਰੇ। ਇਹ ਸੱਚੇ ਪਾਤਸ਼ਾਹ ਨੇ ਪੁੱਛਿਆ ਹੈ ਇਸ ਸਿੱਖ ਦੀ ਪੁੱਤਰੀ ਦੇ ਤਾਈ
ਉਸੇ ਸਮੇਂ ਫਿਰ ਸਿੱਖ ਦੀ ਪੁੱਤਰੀ ਨੇ ਭਾਵਨਾ ਨਾਲ ਦੱਸਿਆ, ਗ੍ਰਹਿ ਵੱਡੇ ਘਰ ਨੈ ਹਰ ਮੇਰੇ। ਕਹਿਣ ਲੱਗੀ ਮਹਾਰਾਜ ਸੱਚੇ ਪਾਤਸ਼ਾਹ, ਇਸੇ ਰਸਤੇ ਤੇ ਅੱਗੇ ਮੇਰਾ ਨਗਰ ਹੈ ਜਿਹਦਾ ਨਾਮ ਵੱਡਾ ਨਗਰ ਹੈ, ਉੱਥੇ ਮੇਰੇ ਪੀਹਰ ਪੇਕੇ ਹੈ ਮਹਾਰਾਜ ਜੀ। ਸਰਵਰ ਕੇ ਸੇਵਕ ਸਸਰਾਰੇ। ਉੱਥੇ ਮੇਰੇ ਨਹਿਰ ਸਹੁਰਾ ਘਰ ਹੈ ਮੇਰਾ, ਔਰ ਉੱਥੇ ਪੇਕਾ ਘਰ ਹੈ, ਤੇ ਇੱਧਰ ਜਿਹੜਾ ਮੇਰੇ ਸਹੁਰਾ ਪਰਿਵਾਰ ਹੈ ਇਹ ਸਰਵਰ ਨੂੰ ਮੰਨਣ ਵਾਲੇ, ਪੀਰ ਨੂੰ ਮੰਨਣ ਵਾਲੇ ਆ ਜੀ। ਇਹ ਚਿੰਤਾ ਚਿਤ ਭਈ ਉਦਾਰੇ। ਇਸ ਕਰਕੇ ਮੇਰੇ ਮਨ ਦੇ ਵਿੱਚ ਇਹ ਬੜੀ ਭਾਰੀ ਚਿੰਤਾ ਹੋਏ। ਅਬ ਮੈਂ ਦਰਸ਼ਨ ਕਰਹੁ ਗੁਰ ਕਾ। ਮੈਂ ਮਨ ਵਿੱਚ ਵਿਚਾਰ ਕੀਤੀ ਵੀ ਹੁਣ ਮੈਂ ਸਤਿਗੁਰਾਂ ਦਾ ਅੰਮ੍ਰਿਤ ਦਰਸ਼ਨ ਪ੍ਰਾਪਤ ਕਰਾਂਗੇ। ਪੂਰਨ ਹੋਏ ਮਨੋਰਥ ਗੁਰ ਕਾ। ਮੇਰੇ ਮਨ ਦਾ ਜੋ ਮਨੋਰਥ ਹੈ ਨਾ, ਮੇਰੇ ਮਨ ਦੀ ਇੱਛਾ, ਉਹ ਪੂਰੀ ਹੋ ਜਾਏਗੀ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਨਾਲ। ਸਾਰਾ ਕਾਰਨ ਦੱਸ ਦਿੱਤਾ ਵੀ ਮੈਂ ਉੱਥੇ ਚੱਲੀ ਆਪਣੇ ਸਸੁਰਾਲ ਸਹੁਰੇ ਪਰਿਵਾਰ ਦੇ ਵਿੱਚ, ਪਰ ਮੈਂ ਦਰਸ਼ਨ ਕਰਨ ਇਸ ਕਰਕੇ ਆਈ ਹਾਂ ਮਹਾਰਾਜ, ਮੇਰਾ ਸਹੁਰਾ ਪਰਿਵਾਰ ਸਖੀ ਸਰਵਰ ਨੂੰ, ਸੁਲਤਾਨ ਪੀਰ ਨੂੰ ਮੰਨਣ ਵਾਲਾ ਹੈ, ਤੇ ਮੈਂ ਗੁਰੂ ਕੇ ਸਿੱਖ ਦੀ ਪੁੱਤਰੀ ਹਾਂ, ਗੁਰੂ ਦੇ ਚਰਨਾਂ ਤੇ ਭਾਵਨਾ ਰੱਖਣ ਵਾਲੀ। ਮੈਂ ਸੋਚਿਆ ਗੁਰੂ ਦੇ ਦਰਸ਼ਨ ਮੇਰੇ ਸਾਰੇ ਮਨੋਰਥ ਪੂਰੇ ਕਰ ਦੇਣਗੇ। ਦੇਖੋ ਕੈਸੀ ਭਾਵਨਾ ਹੈ ਗੁਰੂ ਕੇ ਇਸ ਸਿੱਖ ਦੀ ਕੰਨਿਆ ਦੇ। ਧੰਨ ਹੈ ਉਹ ਗੁਰਸਿੱਖ ਜਿਨ੍ਹਾਂ ਦੇ ਹਿਰਦਿਆਂ ਵਿੱਚ ਐਸੀ ਦ੍ਰਿੜ ਭਾਵਨਾ ਹੈ ਵੀ ਸਾਡੇ ਸਤਿਗੁਰੂ ਦੇ ਦਰਸ਼ਨਾਂ ਵਿੱਚੋਂ ਹੀ, ਸਾਡੇ ਅੰਮ੍ਰਿਤ ਦਰਸ਼ਨਾਂ ਦੇ ਵਿੱਚੋਂ ਹੀ ਸਾਡੇ ਸਾਰੇ ਮਨੋਰਥ ਪੂਰੇ ਹੋ ਜਾਣਗੇ, ਸਾਰੀਆਂ ਇੱਛਾਵਾਂ ਸਫਲ ਹੋ ਜਾਣਗੀਆਂ। ਜਿਨ੍ਹਾਂ ਨੂੰ ਇਹ ਅਨੁਭਵ ਹੁੰਦਾ ਹੈ ਨਾ, ਗਰੀਬ ਨਵਾਜ ਨੇ ਗੁਰਬਾਣੀ ਬਾਬਤ ਉਹਨਾਂ ਦੇ ਖਿੱਚ ਦਾ ਕੇਂਦਰ ਦੱਸਿਆ। ਮਹਾਰਾਜ ਕਹਿੰਦੇ, ਝੱਖੜ ਝਾਂਗੀ ਮੀਹੋ ਬਰਸੈ, ਭੀ ਗੁਰ ਦੇਖਣ ਜਾਏ। ਜਿਨ੍ਹਾਂ ਨੂੰ ਇਹ ਅਨੁਭਵ ਹੁੰਦਾ ਹੈ ਉਹਨਾਂ ਨੇ ਘਰ ਦੇ ਕੰਮਾਂ ਦੀ ਗੱਲ ਤੇ ਛੱਡੋ, ਕਹਿੰਦੇ ਐਸਾ ਵਿਖਮ ਸਮਾਂ ਹੋਵੇ ਨਾ, ਹਨੇਰ ਚੱਲਦਾ ਹੋਵੇ, ਮੀਂਹ ਵਰਦਾ ਹੋਵੇ, ਹਨੇਰੀ ਚੱਲਦੀ ਹੋਵੇ, ਉਹ ਪ੍ਰਵਾਹ ਨਹੀਂ ਕਰਦੇ। ਉਹਨਾਂ ਨੂੰ ਪਤਾ ਹੈ ਵੀ ਗੁਰੂ ਦੇ ਦਰਸ਼ਨਾਂ ਦਾ ਮਹੱਤਵ ਕੀ ਹੈ, ਲਾਭ ਕੀ ਹੈ। ਉਹ ਐਸੀ ਵਿਖਮ ਕਠਿਨ ਪ੍ਰਸਥਿਤੀ ਦੇ ਵਿੱਚ ਵੀ ਸਤਿਗੁਰਾਂ ਦੇ ਅੰਮ੍ਰਿਤ ਦਰਸ਼ਨ ਪ੍ਰਾਪਤ ਕਰਨ ਵਾਸਤੇ ਪੁੱਜਦੇ ਜ਼ਰੂਰ ਆ, ਪਰ ਉਹ ਵਿਰਲੇ ਹੀ ਹੁੰਦੇ ਆ, ਵੱਡਿਆਂ ਭਾਗਾਂ ਵਾਲੇ। ਨਾਨਕ ਕੋਟਨ ਮੈਂ ਕੋ ਨਾਰਾਇਣ ਜਿਹ ਚੀ, ਕਰੋੜਾਂ ਵਿੱਚੋਂ ਇੱਕ ਅੱਧਾ ਜਿਹਦੇ ਹਿਰਦੇ ਵਿੱਚ ਐਸੀ ਦ੍ਰਿੜ ਭਾਵਨਾ ਹੁੰਦੀ ਹੈ, ਉਹਦੇ ਵੱਡੇ ਭਾਗ ਹੁੰਦੇ ਆ। ਪੂਰਬਲੇ ਕਰਮਾਂ ਕਰਕੇ, ਕੋਈ ਸਤਿਗੁਰੂ ਦੀ ਮਿਹਰ ਕਿਰਪਾ ਦ੍ਰਿਸ਼ਟੀ ਕਰਕੇ ਜਿਹਨੂੰ ਰੋਜ਼ ਦਰਸ਼ਨ ਪ੍ਰਾਪਤ ਹੋਣ। ਸੋ ਸਤਿਗੁਰਾਂ ਦੇ ਦਰਸ਼ਨਾਂ ਦਾ ਪ੍ਰਤਾਪ ਬਹੁਤ ਵੱਡਾ ਹੈ, ਲਾਭ ਬਹੁਤ ਵੱਡਾ ਹੈ। ਆਪਾਂ ਕੋਸ਼ਿਸ਼ ਕਰਿਆ ਕਰੀਏ ਵੀ ਜ਼ਰੂਰ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕਰ ਲਈਏ। ਮੈਂ ਸਵੇਰ ਦੀ ਕਥਾ ਵਿੱਚ ਵੀ ਬੇਨਤੀ ਕੀਤੀ ਸੀ, 4 ਪ੍ਰਕਾਰ ਦੇ ਦਰਸ਼ਨ ਮੰਨੇ ਵਿਦਵਾਨਾਂ ਨੇ। ਇੱਕ ਸ਼ਰਵਣ ਦਰਸ਼ਨ ਹੈ ਜੋ ਆਪਾਂ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਰ ਰਹੇ ਹਾਂ, ਇਤਿਹਾਸ ਸੁਣ ਰਹੇ ਹਾਂ ਨਾ ਮਹਾਰਾਜ ਦਾ, ਇਹ ਸ਼ਰਵਣ ਦਰਸ਼ਨ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ। ਇੱਕ ਸੁਪਨ ਦਰਸ਼ਨ ਹੁੰਦੇ ਆ ਜਿਹੜੇ ਕਿਸੇ ਨੂੰ ਸੁਪਨੇ ਦੇ ਵਿੱਚ ਆਉਂਦੇ ਆ। ਇੱਕ ਚਿੱਤਰਣ ਦਰਸ਼ਨ ਹੁੰਦੇ ਆ ਜਿਹੜੀ ਆਪਾਂ ਫੋਟੋ ਵੇਖਦੇ ਆ। ਇੱਕ ਪ੍ਰਤੱਖ ਦਰਸ਼ਨ ਹੁੰਦੇ ਆ ਜਿਹੜੇ ਆਪਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਾਪਤ ਹੋ ਰਹੇ ਆ। ਸਿੱਖ ਐਸਾ ਵਡਭਾਗੀ ਹੈ ਸੰਸਾਰ ਦੇ ਵਿੱਚ ਕਿ ਸਿੱਖ ਨੂੰ ਤਮਾਮ ਦਰਸ਼ਨ ਹੀ ਪ੍ਰਾਪਤ ਹੋ ਜਾਂਦੇ ਆ। ਪ੍ਰਤੱਖ ਦਰਸ਼ਨ ਵੀ ਆਪਦੇ ਗੁਰੂ ਦੇ, ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ। ਸ਼ਰਵਣ ਦਰਸ਼ਨ ਇਤਿਹਾਸ ਦੀ ਜਦੋਂ ਕਥਾ ਸੁਣਦਾ ਹੈ, ਔਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਿੱਤਰ ਤੇ ਆਪਾਂ ਫੋਟੋਆਂ ਵੇਖਣੇ ਹੀ ਆ। ਔਰ ਸੁਪਨ ਦਰਸ਼ਨ ਉਹਨਾਂ ਵਡਭਾਗੀਆਂ ਨੂੰ ਹੋ ਜਾਂਦੇ ਆ ਜਿਹੜੇ ਤਿੰਨੇ ਦਰਸ਼ਨ ਕਰਦੇ ਆ, ਉਹਨਾਂ ਨੂੰ ਸੁਪਨੇ ਵਿੱਚ ਵੀ ਹੋ ਜਾਂਦੇ। ਬੇਅੰਤ ਗੁਰਮੁਖਾਂ ਦੀਆਂ ਗੱਲਾਂ ਤੁਸੀਂ ਸੁਣੀਆਂ ਹੀ ਹੋਣਗੀਆਂ। ਸਿੱਖ ਨੇ ਇਹ ਬੁੱਕ ਪੜ੍ਹੋ, ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਵਾਰ-ਵਾਰ ਜ਼ਿਕਰ ਕੀਤਾ ਵੀ ਮੈਨੂੰ ਕਈ ਵੇਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਸੁਪਨੇ ਵਿੱਚ, ਕਈ ਵੇਰ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਏ ਸੁਪਨੇ ਦੇ ਵਿੱਚ। ਬਾਬਾ ਅਤਰ ਸਿੰਘ ਸਾਹਿਬ ਜੀ ਨੇ ਕਈ ਵਾਰ ਆਪਣੇ ਜੀਵਨ ਦਾ ਅਨੁਭਵ ਸਾਂਝਾ ਕੀਤਾ, ਨਾਮ ਜਪਦਿਆਂ ਗੁਰੂ ਸਾਹਿਬਾਨਾਂ ਦੇ ਸੁਪਨੇ ਦੇ ਵਿੱਚ ਦਰਸ਼ਨ ਪ੍ਰਾਪਤ ਹੋਣੇ। ਸਿੱਖ ਹੀ ਐਸਾ ਵਡਭਾਗੀ ਹੈ ਜਿਹੜਾ ਚਾਰੇ ਦਰਸ਼ਨਾਂ ਦਾ ਲਾਹਾ ਲੈ ਸਕਦਾ। ਹੋਰ ਕੋਈ ਹੈ ਦੱਸੋ? ਚਿੱਤਰਨ ਦਰਸ਼ਨ ਤਾਂ ਲੋਕੀ ਕਰ ਸਕਦੇ ਆ, ਸ਼ਰਵਣ ਦਰਸ਼ਨ ਵੀ ਕਰ ਸਕਦੇ ਆ, ਸੁਪਨ ਦਰਸ਼ਨ ਵੀ ਹੋ ਜਾਂਦੇ ਹੋਣਗੇ, ਜਿਹੋ ਜਿਹੀਆਂ ਫੋਟੋਆਂ ਮੂਰਤੀਆਂ ਬਣੀਆਂ ਉਹ ਵੇਖ ਲੈਂਦੇ ਹੋਣਗੇ, ਪਰ ਕਿਸੇ ਨੂੰ ਪ੍ਰਤੱਖ ਦਰਸ਼ਨਾਂ ਦਾ ਲਾਭ ਹੈ ਇਹ ਸਿਰਫ ਸਿੱਖ ਨੂੰ ਪ੍ਰਾਪਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਐਸੀ ਹਸਤੀ, ਸੰਪੂਰਨ ਗੁਰੂ ਸਿੱਖ ਵਾਸਤੇ ਸੁਭਾਏ ਮਾਨ ਹੈ ਸੰਸਾਰ ਵਿੱਚ। ਗੁਰਦੁਆਰਾ ਸਾਹਿਬਾਨ ਦੇ ਵਿੱਚ ਸਭ ਨਾਲੋਂ ਵੱਡੇ ਭਾਗ ਹੈ ਸਾਨੂੰ ਸਾਡੇ ਗੁਰੂ ਦੇ ਪ੍ਰਤੱਖ ਦਰਸ਼ਨ ਪ੍ਰਾਪਤ ਹੁੰਦੇ ਆ। ਤਮਾਮ ਕੌਮਾਂ ਦੇ ਧਰਮਾਂ ਦੇ ਇਤਿਹਾਸ ਨੂੰ ਪੜ੍ਹੋ,
ਉਹਨਾਂ ਨੂੰ ਵਾਚੋ। ਕੋਈ ਐਸਾ ਵਡਭਾਗੀ ਨਹੀਂ ਜਿਹਨੂੰ ਪ੍ਰਤੱਖ ਦਰਸ਼ਨ ਹੁੰਦੇ ਹੋਣ ਆਪਣੇ ਗੁਰੂ ਦੇ। ਵਿਸ਼ਨੂੰ ਨੂੰ ਜਿਹੜੇ ਗੁਰੂ ਮੰਨਦੇ ਆ, ਆਪਾਂ ਮੰਨਦਾ ਨਹੀਂ ਕਹਿੰਦੇ ਕਿਸੇ ਨੂੰ, ਵਿਸ਼ਨੂੰ ਜੀ ਨੂੰ ਗੁਰੂ ਮੰਨਦੇ ਆ, ਉਹਨਾਂ ਨੂੰ ਪ੍ਰਤੱਖ ਦਰਸ਼ਨ ਹੁੰਦੇ ਆ, ਫੋਟੋ ਤੇ ਵੇਖਦੇ ਆ। ਬੜੀ ਸਾਧਨਾ ਤੋਂ ਬਾਅਦ ਜਾ ਕੇ ਕਿਤੇ ਹੁੰਦੇ, ਉਹ ਵੀ ਇੱਕ ਦੀ ਵੇਰੀ ਜੇ ਹੋਣ ਤੇ। ਸ਼ਿਵਜੀ ਭਗਵਾਨ ਨੂੰ ਮੰਨਣ ਵਾਲਿਆਂ ਨੂੰ ਕੀ ਰੋਜ਼ ਪ੍ਰਤੱਖ ਦਰਸ਼ਨ ਹੋ ਸਕਦੇ ਆ ਸਿੱਖ ਵਾਂਗੂ? ਬੜੀ ਸਾਧਨਾ ਤੋਂ ਬਾਅਦ ਹੋ ਸਕਦੇ ਆ। ਪੀਰ ਪੈਗੰਬਰ ਔਲੀਆਂ ਨੂੰ ਮੰਨਣ ਵਾਲਿਆਂ ਦੀ ਕਮੀ ਨਹੀਂ, ਪਰ ਉਹਨਾਂ ਦੀ ਮਾੜੀ ਕਿਸਮਤ ਆ ਵੀ ਉਹ ਸਿੱਖ ਵਾਂਗੂ ਰੋਜ਼ ਪ੍ਰਤੱਖ ਦਰਸ਼ਨ ਆਪਣੇ ਗੁਰੂ ਦੇ ਨਹੀਂ ਕਰ ਸਕਦੇ। ਇਹ ਸਿੱਖ ਦੇ ਵਡਭਾਗ ਹੈ ਕਿ ਸਿੱਖ ਜਿਹਨੂੰ ਆਪਣਾ ਗੁਰੂ ਮੰਨਦਾ ਹੈ, ਉਹ ਗੁਰੂ ਸਿੱਖ ਵਾਸਤੇ ਹਾਜ਼ਰ ਹੈ ਤਖਤਾਂ ਦੇ ਉੱਪਰ, ਔਰ ਹਰ ਰੋਜ਼ ਸਿੱਖ ਗੁਰੂ ਦੇ ਸ਼ਰਵਣ ਦਰਸ਼ਨ ਵੀ ਕਰ ਸਕਦਾ ਹੈ, ਪ੍ਰਤੱਖ ਦਰਸ਼ਨ ਵੀ ਕਰ ਸਕਦਾ ਹੈ, ਚਿੱਤਰਣ ਦਰਸ਼ਨ ਵੀ ਕਰ ਸਕਦਾ, ਔਰ ਸੁਪਨ ਦਰਸ਼ਨ ਵੀ ਕਰ ਸਕਦਾ। ਕਿੱਡੇ ਵੱਡੇ ਭਾਗ ਆ ਸਾਡੇ ਸਿੱਖਾਂ ਦੇ। ਸੋ ਇਹ ਸਿੱਖ ਦੀ ਕੰਨਿਆ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦੀ, ਕਹਿੰਦੀ ਮਹਾਰਾਜ ਮੈਂ ਵਿਚਾਰ ਬਣਾਈ ਵੀ ਮੇਰੇ ਮਨ ਦੀ ਇੱਛਾ ਆਪ ਜੀ ਦੇ ਅੰਮ੍ਰਿਤ ਦਰਸ਼ਨ ਕਰਨ ਕਰਕੇ ਪ੍ਰਾਪਤ ਪੂਰੀ ਹੋ ਜਾਏਗੀ। ਹੁਣ ਮੈਂ ਪਰਬਸ ਪਰੋਂ ਦੁਖਾਰੀ, ਮਹਾਰਾਜ ਇਹੀ ਮੇਰੇ ਲਈ ਅੰਤਮ ਸੁੱਖ ਦਾ ਸਮਾਂ ਆਪ ਜੀ ਦੇ ਦਰਸ਼ਨ ਪ੍ਰਾਪਤ ਕਰਨਾ। ਮੈਂ ਸੋਚਿਆ ਇਸ ਸ੍ਰੇਸ਼ਟ ਸਮੇਂ ਨੂੰ ਜਾਣ ਨਾ ਦੇਵਾਂ, ਕਿਉਂਕਿ ਫਿਰ ਤੇ ਮੈਂ ਅੱਜ ਤੋਂ ਬਾਅਦ ਪਰਾਏ ਵਸ ਪੈ ਜਾਣਾ। ਉਹ ਪੀਰਾਂ ਦੇ ਪੁਜਾਰੀ ਆ, ਖੋਰੇ ਦਰਸ਼ਨ ਕਰਨ ਦੇਣ ਕਿ ਨਾ ਕਰਨ ਦੇਣ। ਇਹ ਮੈਂ ਅੰਤਮ ਦਰਸ਼ਨ ਸਮਝ ਕੇ ਆਪ ਜੀ ਦੇ ਪਾਸ ਪੁੱਜਿਆ। ਨਹਿ ਮੇਰੋ ਬਸ ਚਲਹਿ ਵਿਚਾਰੀ, ਮੈਂ ਵਿਚਾਰਿਆ ਫਿਰ ਇਸ ਤੋਂ ਬਾਅਦ ਮੇਰਾ ਕੋਈ ਵਸ ਨਹੀਂ ਚੱਲਣਾ। ਜਾਂਦੇ ਮੈਂ ਚੱਲ ਕਰ ਅਬ ਆਈ, ਇਸ ਕਰਕੇ ਮੈਂ ਚੱਲ ਕਰਕੇ ਆਪ ਜੀ ਦੇ ਚਰਨ ਕਮਲਾਂ ਵਿੱਚ ਪੁੱਜੀ ਆ। ਸੁਣਿਓ ਸ਼ਬਦ ਤੁਮ ਦਰਸ਼ਨ ਪਾਈ, ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸ਼ਰਵਣ ਕੀਤੇ, ਆਪ ਜੀ ਦੇ ਪ੍ਰਤੱਖ ਦਰਸ਼ਨ ਪ੍ਰਾਪਤ ਹੋ ਗਏ। ਹੁਣ ਕੰਨਿਆ ਦੇ ਭਏ ਕਿਰਪਾਲ, ਜਦੋਂ ਗਰੀਬ ਨਵਾਜ ਨੇ ਇਸ ਕੰਨਿਆ ਦੇ ਮੂੰਹ ਤੋਂ ਇਹ ਸਮਝਦਾਰੀ ਵਾਲੇ ਬਚਨ ਸੁਣੇ, ਗਰੀਬ ਨਵਾਜ ਕਿਰਪਾ ਦੇ ਘਰ ਵਿੱਚ ਆ ਗਏ, ਤਰੁੱਠ ਗਏ ਮਹਾਰਾਜ ਸੱਚੇ ਪਾਤਸ਼ਾਹ। ਤੇਰੀ ਸ਼ਰਧਾ ਭਾਉ ਵਿਸਾਲ, ਗਰੀਬ ਨਵਾਜ ਕਹਿਣ ਲੱਗੇ ਤੇਰੀ ਸ਼ਰਧਾ ਦੇ ਵਿੱਚ ਬੜਾ ਭਾਰੀ ਪ੍ਰੇਮ ਹੈ, ਪ੍ਰੇਮ ਸਮੇਤ ਤੂੰ ਇਹ ਬੇਨਤੀ ਕੀਤੀ ਹੈ, ਭਾਵਨਾ ਰੱਖੇ। ਤੇਰੀ ਮੁਖ ਤੇ ਅੰਮ੍ਰਿਤ ਸਮ ਕਹਿਓ, ਗਰੀਬ ਨਵਾਜ ਨੇ ਆਪਣੇ ਅੰਮ੍ਰਿਤ ਸਰੀਖੇ ਮੁਖਾਰ ਬਿੰਦ ਤੋਂ ਅੰਮ੍ਰਿਤ ਵਰਗੇ ਜਿਹੜੇ ਕਦੇ ਨਾ ਟਲਣ ਵਾਲੇ ਬਚਨ, ਅੰਮ੍ਰਿਤ ਦਾ ਭਾਵ ਹੈ ਜਿਹੜੇ ਕਦੇ ਨਾ ਟਲ ਸਕਣ, ਅਮਰ ਬਚਨ ਹੋਣ ਜਿਹੜੇ, ਐਸੇ ਅਮਰ ਬਚਨ ਗਰੀਬ ਨਵਾਜ ਨੇ ਇਸ ਸਿੱਖ ਦੀ ਪੁੱਤਰੀ ਨੂੰ ਕੀਤੇ ਆਪਣੀ ਮੁਬਾਰਕ ਰਸਨਾ ਤੋਂ। ਮੇਰੋ ਲੇਖ ਇਸੀ ਬਿਦ ਲਹਿਓ, ਗਰੀਬ ਨਵਾਜ ਕਹਿਣ ਲੱਗੇ ਤੇਰਾ ਲੇਖ ਤੇ ਇਸੇ ਤਰੀਕੇ ਦਾ ਹੀ ਸੀ। ਤੇਰੇ ਘਰ ਵਾਲਾ ਪੀਰਾਂ ਨੂੰ ਮੰਨਣ ਵਾਲਾ, ਤੇਰਾ ਸਹੁਰਾ ਪਰਿਵਾਰ ਪੀਰਾਂ ਨੂੰ ਮੰਨਣ ਵਾਲਾ ਹੀ ਸੀ, ਤੇਰੇ ਮੁਕੱਦਰਾਂ ਵਿੱਚ ਸੀ ਇਹ। ਚੱਲ ਆਈ ਸਤ ਸੰਗਤ ਸ਼ਰਣੀ, ਪਰ ਤੂੰ ਚੱਲ ਕਰਕੇ ਸਤ ਸੰਗਤ ਦੀ ਸ਼ਰਨ ਵਿੱਚ ਪੁੱਜੀ ਹੈ। ਲਿਖੈ ਲੇਖ ਅਬ ਜਿਉ ਸ਼ੁਭ ਕਰਨੀ, ਗਰੀਬ ਨਵਾਜ ਕਹਿਣ ਲੱਗੇ ਹੁਣ ਤੇਰੇ ਲੇਖ ਐਸੇ ਲਿਖਾਂਗੇ ਜਿਹਦੇ ਨਾਲ ਤੇਰੇ ਅਗਲਾ ਜੀਵਨ ਹੈ ਨਾ ਜਿਹੜਾ, ਉਹ ਕਰਨੀ ਤੇਰੀ ਅਗਲੇ ਜੀਵਨ ਦੀ ਪਵਿੱਤਰ ਹੋ ਜਾਊਗੀ। ਇਹ ਵੀ ਗੁਰੂ ਵਿੱਚ ਸਮਰੱਥ ਹੈ। ਜੇ ਕਿਸੇ ਦੀ ਪ੍ਰਾਰਬਧ ਮਾੜੀ ਹੋਵੇ, ਪਿਛਲੇ ਕਰਮ ਮਾੜੇ ਹੋਣ, ਗੁਰੂ ਮਿਟਾ ਕੇ ਅਗਲੇ ਲੇਖ ਚੰਗੇ ਲਿਖ ਸਕਦਾ ਹੈ। ਇਹ ਵੀ ਗੁਰੂ ਦੇ ਵਿੱਚ ਸਮਰੱਥਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਆਪਾਂ ਅੰਮ੍ਰਿਤ ਬਾਣੀ ਦੇ ਬਚਨ ਪੜ੍ਹਦੇ ਹਾਂ। ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਚਨ ਆਉਂਦੇ ਆ ਕਿ ਸਿੱਖ ਦੇ ਮਾੜੇ ਭਾਗਾਂ ਨੂੰ ਗਰੀਬ ਨਵਾਜ ਸੱਚੇ ਪਾਤਸ਼ਾਹ ਮੇਟ ਦਿੰਦੇ ਆ। ਮਹਾਰਾਜ ਦੇ ਬਚਨ ਹੈ, ਸਿੰਘ ਸਰਨ ਕਤ ਜਾਈਐ ਜੋ ਜੰਬਕ ਗਰਾਸੈ, ਤੋ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ। ਮਹਾਰਾਜ ਫਿਰ ਤੇਰਾ ਪਰਉਪਕਾਰ ਹੀ ਕੀ ਹੋਇਆ ਜੇ ਸਾਡੇ ਮੰਦੇ ਕਰਮ ਹੀ ਨਾ ਮਿਟ ਸਕੇ। ਭਾਵ ਜਿਵੇਂ ਸ਼ੇਰ ਦੀ ਸ਼ਰਨ ਵਿੱਚ ਜਾ ਕੇ ਗਿੱਦੜ ਦਾ ਭੌਂ ਨਹੀਂ ਨਾ ਰਹਿੰਦਾ, ਕਿਉਂਕਿ ਜਿੱਥੇ ਸ਼ੇਰ ਦੀ ਗੁਫਾ ਹੋਵੇ ਨਾ, ਕਿਲੋਮੀਟਰਾਂ ਤੱਕ ਨੇੜੇ ਦੇ ਨਹੀਂ ਲੰਘ ਸਕਦਾ ਕੋਈ ਜਾਨਵਰ, ਗਿੱਦੜ ਤੇ ਖਾਸ ਕਰਕੇ। ਉਹ ਤੇ ਸ਼ੇਰ ਦੀਆਂ ਪੈੜਾਂ ਵੇਖ ਕੇ ਰਾਹ ਛੱਡ ਜਾਂਦੇ ਆ ਗਿੱਦੜ ਤੇ। ਹੁਣ ਗਿੱਦੜ ਦੀ ਦਲੇਰੀ ਦਾ ਤੇ ਸ਼ੇਰ ਦੀ ਬੁੱਝਦਿਲੀ ਦਾ ਕੋਈ ਮੁਕਾਬਲਾ ਥੋੜਾ ਹੈ। ਕਹਿੰਦੇ ਮਾੜੇ ਕਰਮ ਇਉਂ ਹੁੰਦੇ ਆ ਗੁਰੂ ਦੇ ਸਨਮੁਖ, ਜਦੋਂ ਪੂਰੇ ਗੁਰੂ ਦੀ ਸ਼ਰਨ ਪਹੁੰਚ ਜਾਈਏ, ਮਾੜੇ ਕਰਮ ਆਪਣੇ ਆਪ ਹੀ ਨਸ ਜਾਂਦੇ ਆ, ਮਾੜੀ ਲਿਖਤ ਆਪਣੇ ਆਪ ਹੀ ਮਿਟ ਜਾਂਦੀ ਆ। ਜਿਵੇਂ ਗਿੱਦੜ ਸ਼ੇਰ ਨੂੰ ਵੇਖ ਕੇ ਨਸ ਜਾਂਦਾ ਹੈ, ਮਾੜੇ ਕਰਮ ਗੁਰੂ ਦੇ ਸ਼ਰਨ ਵਿੱਚ ਆਇਆ ਦੂਰ ਹੋ ਜਾਂਦੇ। ਸੋ ਮਹਾਰਾਜ ਨੇ ਕਿਹਾ ਤੇਰੀ ਲਿਖਤ ਤਾਂ ਇਹ ਸੀ, ਤੇਰੀ ਪ੍ਰਾਰਬਧ ਤਾਂ ਇਹ ਹੀ ਸੀ, ਪਰ ਤੂੰ ਸਤ ਸੰਗਤ ਵਿੱਚ ਚੱਲ ਕੇ ਆਈ ਆ, ਪ੍ਰੇਮ ਭਾਵਨਾ ਬਣਾਈ ਹੈ, ਇਸ ਕਰਕੇ ਤੇਰੇ ਮਾੜੇ ਕਰਮ ਮੇਟ ਕੇ ਅੱਗੇ ਸ਼ੁਭ ਕਰਮ ਲਿਖਾਂਗੇ ਤੇਰੇ।
ਚੰਗੇ ਕਰਮ ਬਣਾਵਾਂਗੇ। ਸੋ ਗਰੀਬ ਨਵਾਜ ਜਿਸ ਤਰੀਕੇ ਨਾਲ ਇਸ ਸਿੱਖ ਦੀ ਪੁੱਤਰੀ ਦੀ ਉਹ ਕਿਸਮਤ, ਉਹ ਲੇਖ ਮਿਟਣਗੇ, ਪਲਟਣਗੇ, ਉਹ ਆਪਾਂ ਕੱਲ੍ਹ ਦੇ ਪ੍ਰਸੰਗ ਵਿੱਚ ਸ਼ਰਵਣ ਕਰਾਂਗੇ। ਇੱਥੋਂ ਤੱਕ ਗੁਰ ਇਤਿਹਾਸ ਦੀ ਵਿਚਾਰ ਕਰਦੇ ਹਾਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੇ ਖਿਮਾ ਬਖਸ਼ਣੀ, ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਗਰੀਬ ਨਵਾਜ ਗੁਰੂ ਸਾਹਿਬ ਮਿਹਰ ਕਰਨ, ਇਹ ਪਾਵਨ ਇਤਿਹਾਸ ਦਾ ਪ੍ਰਸੰਗ ਸਾਡੇ ਹਿਰਦਿਆਂ ਅੰਦਰ ਵਸ ਜਾਏ, ਤਾਂ ਕਿ ਲੋਕ ਸੁਖੀਏ ਪਰਲੋਕ ਸਹੇਲੇ ਹੋ ਸਕਣ। ਜੀ ਸਮਾਪਤੀ ਹੈ ਜੀ। ਚਲ ਆਈ ਸਭ ਸੰਗਤ ਸ਼ਰਣੀ, ਲਿਖੈ ਲੇਖ ਅਬ ਜਿਉ ਸ਼ੁਭ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਨ ਪੂਰਨ ਕਰਮ ਹੋਏ ਪ੍ਰਭ ਮੇਰਾ, ਤੇਰੇ ਦਾਤੇ ਸਭ ਪ੍ਰਭ ਤੇਰੇ, ਮੇਰੇ ਨਾਮ ਕਰ ਆਪਣੇ ਤੇਰੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ। ਗੁਰਪੂਰਾ ਨਮਸਕਾਰੇ, ਪ੍ਰਭ ਸੱਚੇ ਕਾਰਜ ਸਵਾਰੇ। ਹਰਿ ਆਪਣੀ ਕਿਰਪਾ ਧਾਰੇ, ਪ੍ਰਭ ਪੂਰਨ ਕਾਰਜ ਸਵਾਰੇ। ਗੁਰਪੂਰਾ ਨਮਸਕਾਰੇ, ਪ੍ਰਭ ਸੱਚੇ ਕਾਰਜ ਸਵਾਰੇ। ਹਰਿ ਆਪਣੀ ਕਿਰਪਾ ਧਾਰੇ, ਪ੍ਰਭ ਪੂਰਨ ਕਾਰਜ ਸਵਾਰੇ। ਆਪਣੇ ਨਾਮ ਤੋਂ ਭਇਓ ਸਹਾਈ, ਸਗਲ ਮਨੋਰਥ ਕੀਨੇ ਕਰਤਾ। ਹੋਣੀ ਬਾਤ ਨਾ ਕਾਣੀ ਰਹਾਉ, ਕਰਤਾ ਪੁਰਖ ਤਾਪ ਜਵਾਇਆ। ਪਿਛੈ ਲੱਗ ਚੱਲੀ ਮਾਇਆ, ਤੋਰਨਾ ਕਤਹੁ ਆਵੈ। ਮੇਰੇ ਦੂਰੇ ਸਤਿਗੁਰ ਭਾਵੈ, ਸਿਮਰ ਸਿਮਰ ਦਇਆਲਾ। ਸਭ ਜੀ ਭਏ ਕਿਰਪਾਲਾ, ਜੈ ਜੈਕਾਰ ਗੁਸਾਈ। ਜਨ ਪੂਰੀ ਬਾਤ ਸੁਨਾਈ, ਤੂੰ ਭਾਵੋ ਸੁਆਮੀ ਹੋਗਾ। ਨਿਰਪਉਨ ਪਦਾਰਥ ਤੇਰਾ, ਜਨ ਨਾਨਕ ਏਕ ਧਿਆਇਆ। ਸਰਬ ਭਲਾ ਗੁਣ ਪਾਇਆ, ਤੂੰ ਭਾਵੋ ਸੁਆਮੀ ਹੋਗਾ। ਏਵ ਪੁੰਨ ਪਦਾਰਥ ਤੇਰਾ, ਜਨ ਨਾਨਕ ਏਕ ਧਿਆਇਆ। ਸਰਬ ਭਲਾ ਗੁਣ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ